Hello guys, welcome to Stand Up Comedy, the show presented by the TV NRI and sponsored by Lakme Academy and NRI Marriage Bureau. हैप्पीनेस पार्ट 98.3 रेडियो मिर्ची ਤੇ ਮੈਂ ਹਾਂ ਸੈਵੀ ਤੇ ਮੈਂ ਹਾਂ ਅਭਿਕੇ ਸਰ। ਅਭੀ ਤੈਨੂੰ ਪਤਾ ਸਭ ਤੋਂ ਔਖਾ ਕੰਮ ਕੀ ਹੈ? ਆਹੋ ਕੀ? ਸੂਈ ਚ ਧਾਗਾ ਬੜਾ ਔਖਾ ਹੈ ਤੋ ਨਹੀਂ ਮੈਨੂੰ ਨਹੀਂ, ਸਭ ਤੋਂ ਔਖਾ ਕੰਮ ਹੈ ਕਿਸੇ ਨੂੰ ਹੱਸਾਣਾ। ਹਾਂ ਪਰ ਮੈਂ ਤੈਨੂੰ ਬਹੁਤ ਹਸਾਨਾ ਯਾਰ, ਦੱਸ ਤੁਹਾਨੂੰ ਪਤਾ ਹੀ ਆ ਮੈਂ ਤਾਂ ਐ ਨਾ ਹਾਂ ਵਿਚਾਰਾ ਰੋਜ਼ ਕੋਸ਼ਿਸ਼ ਕਰਦਾ ਲੇਕਿਨ ਮੈਂ ਨਾ ਹੱਸ ਹੀ ਨਹੀਂ ਪਾਉਂਦੀ, ਇੰਨੇ ਕੀ ਭਿਆਨਕ ਇਹਦੇ ਜੋਕ ਹੁੰਦੇ ਆ। ਬਟ ਐਨੀ ਹਾਓ ਤੁਹਾਨੂੰ ਸਾਰਿਆਂ ਨੂੰ ਤੇ ਸਾਨੂੰ ਸਾਰਿਆਂ ਨੂੰ ਹਸਾਉਣ ਲਈ ਅਸੀਂ ਇਹ ਸ਼ੋਅ ਲੈ ਕੇ ਆਏ ਜਿਸ ਦਾ ਨਾਮ ਹੈ ਦ ਸਟੈਂਡ ਅਪ ਕਾਮੇਡੀ। ਸੋ ਸਟੈਂਡ ਅਪ ਕਾਮੇਡੀ ਦੇ ਜਿਹੜੇ ਸਾਡੇ ਕੰਟੈਸਟੈਂਟ ਨੇ ਉਹ ਵਾਰੀ-ਵਾਰੀ ਕਰਕੇ ਅੱਜ ਆਪਣੀ ਪਰਫਾਰਮੈਂਸ ਦੇਣਗੇ ਤਾਂ ਅਸੀਂ ਸਾਰੇ ਡੈਫੀਨੇਟਲੀ ਹੱਸਾਂਗੇ ਐਂਡ ਨੋ ਡਾਊਟ ਸਾਰੇ ਬੜੀ ਵਧੀਆ ਧੁਰੰਧਰ ਆ ਯਾਰ। ਅੱਛਾ ਠੀਕ ਹੈ ਜੀ, ਤਾਂ ਪਹਿਲਾਂ ਸਾਡੇ ਕੰਟੈਸਟੈਂਟ ਨੇ ਅਰਵਿੰਦਰ ਕਲਸੀ। ਹਾਂਜੀ ਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀਆਂ ਸਤਿ ਸ਼੍ਰੀ ਅਕਾਲ। ਤੇ ਆਪਾਂ ਕਹਿੰਦੇ ਹੀ ਆ ਤੇ ਮੇਰੇ ਵੱਲੋਂ ਗੁੱਡ ਆਫਟਰਨੂਨ ਕਹਿੰਦੇ ਆਪਾਂ ਵੀ ਬਹੁਤ ਵਧੀਆ ਮੌਸਮ ਅੱਜ ਬਾਹਰ ਜਾ ਕੇ ਵੇਖੋ। ਮੈਂ ਬਾਹਰੋਂ ਆਇਆ, ਕਿਆ ਬਾਤ ਮੌਸਮ। ਤੇ ਨਾ ਜਦੋਂ ਤੁਸੀਂ ਆਉਂਦੇ ਹੋ ਨਾ ਸਪੈਸ਼ਲੀ ਤੁਹਾਡੀ ਇੱਕ ਬਹੁਤ ਵਧੀਆ ਵਾ ਜਿੱਦਾਂ ਨਾ ਆਰਟਿਸਟ ਆ, ਕੋਈ ਵੀ ਕਹਿ ਦੇਵੇ ਵੀ ਅਸੀਂ ਆਰਟਿਸਟ ਹੈਗੇ ਆ। ਹੁਣ ਮੈਂ ਜਿੱਦਾਂ ਆਟੋ 'ਚ ਆਉਣਾ ਪਿਆ ਤੇ ਮੈਨੂੰ ਕਿਸੇ ਨੇ ਪੁੱਛ ਲਿਆ ਭਾਈ ਤੁਸੀਂ ਕੀ ਕਰਦੇ ਜੇ, ਤੇ ਮੈਂ ਉਹਨੂੰ ਕਿਹਾ ਵੀ ਉਹ ਕਮੇਡੀ ਕਰਦੇ, ਮਤਲਬ ਵੀ ਆਰਟਿਸਟ ਹੈਗੇ ਆ ਕਮੇਡੀ। ਉਹ 'ਚ ਭਾਜੀ ਕੀ ਕਰੀਦਾ ਵਾ? ਮੈਂ ਕਿਹਾ ਉਹ 'ਚ ਜਿੱਦਾਂ ਕਪਿਲ ਸ਼ਰਮਾ ਕਰਦੇ ਆ। ਫਿਰ ਉਹ ਨਾ ਜਦੋਂ ਸਾਨੂੰ ਇੱਦਾਂ ਵੇਖਦੇ ਸਾਡੇ ਵੱਲ ਬੜੇ ਅਜੀਬ ਜਿਹੇ ਤਰੀਕੇ ਨਾਲ ਵੇਖਦੇ ਆ। ਤੁਸੀਂ ਕਪਿਲ ਸ਼ਰਮਾ? ਮੈਂ ਕਿਹਾ ਨਹੀਂ ਕਪਿਲ ਸ਼ਰਮਾ ਨਹੀਂ, ਉਹਦੇ ਵਰਗੂ ਜਿੱਦਾਂ ਕੁਛ ਕਰਕੇ ਦਿਖਾਓ ਭਾਜੀ, ਕੁਛ ਤੇ ਕਰਕੇ ਦਿਖਾਓ। ਮੈਂ ਕਿਹਾ ਭਾਜੀ ਅਸੀਂ ਕਮੇਡੀਅਨ ਆ, ਮਦਾਰੀ ਦੇ ਬਾਂਦਰ ਨਹੀਂ ਤੁਹਾਨੂੰ ਇਹ। ਮੈਂ ਕਿਹਾ ਇਹ ਕੰਮ ਨਹੀਂ ਅਸੀਂ ਕਰਦਾ। ਹੁਣ ਵੈਸੇ ਸਟਾਈਲ ਆ, ਜਿੱਦਾਂ ਕੋਈ ਰੈਪਰ ਆਵੇ ਸਿੰਗਰ ਆਵੇ ਨਾ ਉਹਨਾਂ ਦੀ ਬੜੀ ਵਧੀਆ ਮੈਜੋਰਟੀ ਆ। ਤੁਸੀਂ ਰੈਪਰ ਸਿੰਗਰ ਉਹਨਾਂ ਦਾ ਸਵੈਗ ਹੁੰਦਾ, ਖੜੇ ਹੁੰਦਾ ਤੇ ਨਾ ਜਿੱਦਾਂ ਕੋਈ ਸਿੰਗਰ ਕੁਛ ਕਹਿ ਦੋ ਸਿੰਗਰ ਨੂੰ ਵੀ ਸਿੰਪਲ ਹੀ ਕਹਿ ਦੋ ਵੀ ਭਾਈ ਕੁਛ ਕਰ ਥੋੜਾ ਗਲਾ ਜਿਹਾ ਖਰਾਬ ਤੇਰੇ ਭਰਾ ਦਾ, ਨੈਕਸਟ ਟਾਈਮ ਤੈਨੂੰ ਕੁਛ ਕਰ। ਸਾਡੇ ਵਰਗਿਆਂ ਨੂੰ ਸਾਨੂੰ ਵੇਖਦੇ ਜਿੱਦਾਂ ਮਰਜੀ, ਸਾਨੂੰ ਨਾ ਐ ਸਮਝਦੇ ਜਿੱਦਾਂ ਅਸੀਂ ਨਾ ਕਮੇਡੀਅਨ ਨਹੀਂ ਹੈਗੇ, ਚਾਬੀ ਵਾਲੇ ਬਾਂਦਰ ਨੇ, ਜਿੱਥੇ ਮਰਜੀ ਚਾਬੀ ਸਾਡੀ ਘੁਮਾ ਦੋ ਤੇ ਅਸੀਂ ਨਾਲ ਹੀ ਦੇਗੀ ਵੀ ਅਸੀਂ ਜਿੱਥੇ ਮਰਜੀ ਸ਼ੁਰੂ ਹੋ ਜਾਂਦੇ ਆ। ਅਸੀਂ ਇੱਦਾਂ ਦੇ ਨਹੀਂ ਹੈਗੇ। ਇੱਕ ਜਿਹੜੇ ਹੁੰਦੇ ਨਾ ਕਮੇਡੀਅਨਸ ਬੜੇ ਭੋਲੇ ਹੁੰਦੇ ਨੇ। ਮੈਂ ਖੁਦ ਬੜਾ ਭੋਲਾ ਵਾਂ, ਮੈਂ ਇੰਨਾ ਕੁ ਜ਼ਿਆਦਾ ਭੋਲਾ ਵਾਂ ਵੀ ਮੈਨੂੰ ਕੋਈ ਕਵੇ ਨਾ ਦਾਰੂ ਪੀ ਲੈ ਤੇ ਮੈਂ ਪੀ ਲੈਣਾ। ਬਈ ਮੈਂ ਇੰਨਾ ਕੁ ਭੋਲਾ ਵਾਂ ਕਿ ਮੇਰੇ ਪਾਪਾ ਨੇ ਮੈਨੂੰ ਥੋੜ੍ਹੇ ਚਿਰ ਕਿਹਾ ਵੀ ਪੁੱਤ ਕੋਈ ਇਹੋ ਜਿਹਾ ਕੰਮ ਕਰ, ਵੀ ਕੋਈ ਇਹੋ ਜਿਹਾ ਕੰਮ ਕਰਨ ਜਿੰਨਾ ਮੇਰੀ ਰੂਹ ਖੁਸ਼ ਹੋ ਜੇ ਤੇ ਮੈਂ ਤੈਨੂੰ ਸ਼ਾਬਾਸ਼ੀ ਦੇਵਾਂ, ਵੀ ਮੈਨੂੰ ਸਾਰੇ ਦੁੱਖ ਭੁੱਲ ਜਾਣ। ਮੈਂ ਪਾਪਾ ਦੀ ਗੱਲ ਮੰਨ ਲਈ ਕਿਉਂਕਿ ਮੈਂ ਇੰਨਾ ਕੁ ਸ਼ਰੀਫ ਹੈ ਕਿ ਮੈਂ ਹਰ ਗੱਲ ਮੰਨ ਲੈਂਦਾ। ਮੈਂ ਮੰਮੀ ਤੇ ਬਾਪੂ ਦਾ ਤਲਾਕ ਕਰਾ ਦਿੱਤਾ। ਉਸ ਦਿਨ ਤੋਂ ਬਾਅਦ ਮੈਨੂੰ ਪਤਾ ਚੱਲਿਆ ਵੀ ਕਈਆਂ ਨੂੰ ਖੁਸ਼ੀ ਨਹੀਂ ਪਚਦੀ। ਮੇਰਾ ਬੁੜਾ ਫਿਰ ਮੇਰੀ ਮੰਮੀ ਨਾਲ ਤੇ ਮੈਂ ਮੈਨੂੰ ਨਾ ਐਡੇ ਗੁੱਸੇ ਨਾਲ ਕਹਿੰਦਾ ਰਾਮਜਾਦਾ ਤੇਰੇ ਵਰਗਾ ਮੁੰਡਾ ਨਹੀਂ ਮੈਂ ਕਦੀ ਵੇਖਿਆ, ਵੀ ਤੂੰ ਮਾਂ ਪਿਓ ਦਾ ਹੀ ਤਲਾਕ ਕਰਾਤਾ। ਮੈਂ ਕਿਹਾ ਤੁਹਾਨੂੰ ਖੁਸ਼ੀ ਮਿਲੀ ਕਿ ਨਹੀਂ ਮਿਲੀ? ਬਾਈ ਉਹਨਾਂ ਨੂੰ ਖੁਸ਼ੀ, ਮੈਂ ਕਿਹਾ ਤੁਹਾਨੂੰ ਤੇ ਪਚੀ ਨਹੀਂ ਆ। ਮੈਨੂੰ ਕਹਿੰਦਾ ਤੇਰੇ ਵਰਗੇ ਨਾਲ ਕੁਛ ਨਹੀਂ ਹੋ ਸਕਦਾ, ਤੇਰੇ ਨਾਲ ਖੋਤੀ ਕੋਈ ਮਿਲੂਗੀ ਤੈਨੂੰ। ਮੈਂ ਭਾਜੀ ਉਸ ਦਿਨ ਦਿਲ ਤੇ ਗੱਲ ਆ ਗਿਆ। ਮੈਂ ਇੰਨੀ ਦਿਲ ਤੇ ਗੱਲ ਆ ਗਿਆ, ਮੈਂ ਚੱਕਿਆ ਸਾਈਕਲ, ਮੈਂ ਕਿਹਾ ਅੱਜ ਤੋਂ ਬਾਅਦ ਮੈਂ ਕੁਛ ਕਰਕੇ ਆਊਂਗਾ। ਫਿਰ ਮੈਂ ਖੋਤੀ ਲੱਭ ਹੀ ਲਿਆਂਦੀ। ਵੀ ਹੁਣ ਮੰਨਣੀ ਪੈਂਦੀ ਭਾਜੀ ਸਾਰਿਆਂ ਦੀ ਗੱਲ। ਇੱਕ ਮੈਂ ਸ਼ਰਾਬੀ, ਮਤਲਬ ਵੀ ਇੱਕ ਜਿੱਦਾਂ ਮੈਂ ਸ਼ਰੀਫ ਆ, ਬਹੁਤ ਜ਼ਿਆਦਾ ਸ਼ਰੀਫ ਆ। ਇੱਕ ਸ਼ਰੀਫ ਹੁੰਦੇ ਸ਼ਰਾਬੀ, ਵੀ ਸ਼ਰਾਬੀ ਇੰਨੇ ਕੁ ਭਾਜੀ ਸ਼ਰੀਫ ਹੈ ਤੁਸੀਂ ਉਹਨਾਂ ਨੂੰ ਜੋ ਮਰਜ਼ੀ ਕਹਿ ਦਿਓ ਉਹਨਾਂ ਨੇ ਕੁਛ ਨਹੀਂ ਕਹਿਣਾ। ਤੁਹਾਨੂੰ ਪਤਾ ਹੋਵੇ ਤੇ ਤਾਂ ਤੁਹਾਨੂੰ ਕੁਛ ਕਹਿਣ। ਉਹਦੇ ਆਪ ਹੀ ਬੁੰਦ ਲੈ, ਉਹਦੇ ਇੰਨੇ ਕੁ ਬੁੰਦ ਲੈਂਦੇ ਆਪਣੀ ਘਰ ਵਾਲੀ ਨੂੰ ਵੇਖ ਕੇ ਕਹੀ ਜਾਂਦੇ ਹੁੰਦੇ ਆ ਭੈਣ ਜੀ ਅੱਗੇ ਤਾਂ ਨਹੀਂ ਹੁੰਦਾ, ਸੋਰੀ ਭੈਣ ਜੀ, ਉਹ ਭੈਣ ਜੀ ਮੇਰੀ ਤਾਂ ਤੂੰ ਭੈਣ ਆ, ਤੂੰ ਸੋਰੀ ਭੈਣ ਜੀ। ਇੰਨੇ ਕੁ ਸ਼ਰੀਫ ਨੇ। ਮੈਨੂੰ ਇੱਕ ਗੱਲ ਨਹੀਂ ਪਤਾ ਲੱਗੀ ਕਿ ਸ਼ਰਾਬੀਆਂ ਕੋਲ ਆਪਣਾ ਇੱਕ ਨਾ ਗਟਰ ਹੁੰਦਾ ਵਾ, ਸ਼ਰਾਬੀ ਗਟਰ ਡਿੱਗਦਾ ਹੀ ਡਿੱਗਦਾ, ਔਰ ਖਾਸ ਕਰਕੇ ਆਪਣੇ ਇੱਧਰ ਦੇ ਹੋਣ ਤੇ, ਔਰ ਉਹਨਾਂ ਦਾ ਨਹੀਂ ਪਤਾ ਲੱਗਦਾ ਵਾ ਕਿ ਸ਼ਰਾਬੀ ਗਟਰ ਕੋ ਜਾਂਦਾ ਕਿ ਗਟਰ ਸ਼ਰਾਬੀ ਕੋ ਹੁੰਦਾ ਵਾ। ਤੇ ਇੱਕ ਹੋਰ ਚੀਜ਼ ਆ ਖਾਸੀਅਤ, ਜਦੋਂ ਸ਼ਰਾਬੀ ਦਾ ਨਾ ਕਿਤੇ ਨਾਲੀ 'ਚ ਪੈਰ ਪੈ ਜੇ ਨਾ ਤੇ ਸ਼ਰਾਬੀ ਉਹਨੂੰ ਕੱਢਣ ਜਾਏ ਦੂਜਾ ਪਾ ਲੈਂਦਾ। ਉਹ ਦੋਵੇਂ ਕੱਢਣ ਦੀ ਚੱਕਰ 'ਚ ਆਪ ਹੀ ਸ਼ਰਾਬੀ ਗਿਰ ਜਾ। ਤੇ ਨਾ ਸ਼ਰਾਬੀਆਂ ਦੀ ਸ਼ਰੀਫਤ ਇੰਨੀ ਹੈਗੀ ਆ। ਤੁਸੀਂ ਗਾਣਾ ਸੁਣਿਆ, ਬੜਾ ਵਧੀਆ ਗਾਣਾ, ਕਹਿੰਦਾ ਅੱਲਾ ਫੜ ਲਾ ਗੱਡੀ ਦੀ ਚਾਬੀ ਮੈਂ ਹੋ ਗਿਆ ਸ਼ਰਾਬੀ। ਪਹਿਲਾਂ ਮੈਨੂੰ ਦੱਸੋ ਕਿਹੜਾ ਸ਼ਰਾਬੀ ਜਿਹੜਾ ਪੀਣ ਤੋਂ ਬਾਅਦ ਗੱਡੀ ਦੀ ਚਾਬੀ ਫੜਾਉਂਦਾ? ਆਪ ਕਹਿੰਦੇ ਤੇਰਾ ਭਰਾ ਗੱਡੀ ਚਲਾਊਗਾ, ਤੇਰਾ ਪਿਓ ਗੱਡੀ ਚਲਾਊ, ਚੱਲ ਪਿੱਛੇ। ਅੱਛਾ ਚਲਾਉਂਦੇ ਨੇ ਭਾਜੀ ਗੱਡੀ, ਫਿਰ ਗੱਡੀ ਚੱਲਦੀ ਨਹੀਂ, ਗੱਡੀ ਉੱਡਦੀ ਆ। ਖਾਸ ਪੰਜਾਬੀ ਬੈਠਣ 'ਚ ਪਹਿਲਾ ਗਾਣਾ ਲੱਗਦਾ ਚਮਕੀਲੇ ਦਾ। ਗਾਣਾ ਵੀ ਕਿਹੜਾ ਲੱਗਦਾ? ਨਾ 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 ਮੈਨੂੰ ਛੇੜੀ ਨਾ, ਸੋ ਰੱਬ ਦੀ ਵੇ ਮੈਨੂੰ ਛੇੜੀ ਨਾ। ਹੁਣ ਬੰਦਾ ਪੁੱਛੇ ਵੀ ਇੱਕ ਤੂੰ ਪੀਤੀ ਹੋ ਤਾਂ ਤੈਨੂੰ ਕੌਣ ਛੇੜੂਗਾ?
ਪੂਰਾ ਪਿੱਛੇ ਟੱਬਰ ਬੈਠਾ ਭਾਜੀ, ਹੈਰਾਨ ਪਰੇਸ਼ਾਨ, ਕੋਈ ਦਰਵਾਜ਼ੇ ਨਾਲ ਲੱਗਾ ਵਾ, ਇੱਕ ਵਿਚਾਰਾ ਲੋਤਾ ਮੁੰਡਾ ਪਿਛਲੀ ਖਿੜਕੀ ਨਾਲ ਲੱਗਾ, ਪਿਓ ਲਿਆ ਜਾ ਕਰੇ ਅੱਜ ਤੋਂ ਬਾਅਦ ਤੂੰ ਨਹੀਂ ਮੇਰਾ ਪਿਓ। ਮਤਲਬ ਤਲਾਕ, ਘਰ ਵਾਲੀ ਸੋਚ ਲੈਂਦੀ ਵੀ ਇਹ ਗੱਡੀ ਤੋਂ ਉਤਰਦੇ ਮੈਂ ਤਲਾਕ ਦੇ ਦੇਣਾ। ਨਾਲ ਹੀ ਜਦੋਂ ਪੂਰਾ ਟੱਬਰ ਵੀ ਟੈਨਸ਼ਨਾਂ 'ਚ ਪਿਆ ਨਾ, ਉਸ ਟਾਈਮ ਉਹਦਾ ਪਿਓ ਦੂਜਾ ਗਾਣਾ ਲਾਉਂਦਾ, ਹਾਏ ਪਹਿਲੇ ਲਲਕਾਰੇ ਨਾਲ ਮੈਂ ਮਰ ਗਈ, ਹਾਂ ਦੂਜੇ ਲਲਕਾਰੇ ਨਾਲ ਅੰਦਰ ਵੜ ਗਈ, ਤੀਜੇ ਲਲਕਾਰੇ ਨਾਲ ਠਾ, ਸਾਰਾ ਹੀ ਪਰਿਵਾਰ ਉੱਪਰ। ਮਤਲਬ ਵੀ ਸ਼ਰਾਬੀ, ਅੱਛਾ ਉੱਪਰ ਵੀ ਜਾ ਕੇ ਘਰ ਦੀਆਂ ਕਿਹੜੇ ਛੱਡ ਦਿੰਦੀਆਂ ਆਪਣੇ ਘਰ ਵਾਲੇ ਨਾ। ਇੱਕ ਨਾ ਪੰਜਾਬੀਆਂ 'ਚ ਹੋਰ ਬੜੀ ਖਾਸੀਅਤ ਹੈਗੀ ਆ, ਅਸੀਂ ਨਾ ਕਿਸੇ ਚੁਣੌਤੀ ਤੋਂ ਡਰਦੇ ਨਹੀਂ। ਮੈਂ ਵਾਸ਼ਰੂਮ 'ਚ ਗਿਆ, ਉੱਥੇ ਮੈਨੂੰ ਨਹੀਂ ਪਤਾ ਵੀ ਅੱਜ ਕੱਲ੍ਹ ਉਹ ਚਾਈਲਡ ਦੀ ਵੀ ਬਾਥਰੂਮ ਵਾਸਤੇ ਲੱਗ ਗਈ ਨਾ ਫਲੈਸ਼, ਮੈਂ ਨੀਵੀਂ ਕਰਕੇ ਉਹਨਾਂ ਲਾਇਆ ਵਾ, ਤੇ ਮੈਨੂੰ ਕੋਈ ਕਹਿੰਦਾ ਭਾਈ ਚਿਲਡਰਨ ਦੀ ਆ। ਮੈਂ ਕਿਹਾ ਫਿਰ ਕੀ ਹੋਇਆ, ਮੈਂ ਗੋਡੇ ਬੈਂਡ ਕਰਕੇ ਕਰ ਲਿਆ। ਮਤਲਬ ਕਿਤਿਓਂ ਵੀ ਅਸੀਂ ਸ਼ਰਮਾਉਣ ਵਾਲੀ ਸਾਡੇ 'ਚ ਹਰਕਤ ਹੀ ਨਹੀਂ ਹੈਗੀ। ਹੁਣ ਤੁਸੀਂ ਸੋਸ਼ਲ ਮੀਡੀਆ 'ਤੇ ਕਰਦੇ ਜੇ, ਅੱਜ ਕੱਲ੍ਹ ਬਹੁਤ ਐਕਟ ਚੱਲਦੇ ਪਏ ਸੋਸ਼ਲ ਮੀਡੀਆ 'ਤੇ। ਆ ਪਿੱਛੇ ਜੇ ਐਕਟ ਚੱਲਿਆ ਸੀ ਕੱਚਾ ਬਦਾਮ, ਤੁਸੀਂ ਸਾਰਿਆਂ ਨੇ ਦੇਖਿਆ ਨਾ। ਅੱਛਾ ਭਾਜੀ ਹਰ ਤਰ੍ਹਾਂ ਦੇ ਬਦਾਮ ਵੇਖੇ ਮੈਂ, ਮਤਲਬ ਬੇਸਿਕਲੀ 2 ਕੁ ਬਦਾਮ ਹੀ ਹੁੰਦੇ ਆ। ਬਦਾਮ ਦਾ ਇੱਕ ਜਾਂ ਤੇ ਬਰਾਊਨ ਕਲਰ ਦਾ ਹੁੰਦਾ, ਤੇ ਵਿਚਾਰੇ ਨੂੰ ਜੇ ਕਿਤੇ ਠੰਡੇ ਪਾਣੀ 'ਚ ਰੱਖ ਦਈਏ ਤੇ ਵਾਈਟ ਕਲਰ ਦਾ ਹੁੰਦਾ ਵਾ। ਭਾਜੀ ਮਲਟੀ ਬਦਾਮ ਆ ਆਪਣੇ ਕੋਲ, ਹਰੇ ਰੰਗ ਦਾ ਬਦਾਮ, ਕਾਲੇ ਰੰਗ ਦਾ ਬਦਾਮ, ਅੱਛਾ ਹਰ ਤਰ੍ਹਾਂ ਦਾ ਬਦਾਮ ਹੈ। ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ ਵੀ ਕੱਚਾ, ਆਹ ਕਿਹੜਾ ਕੱਚਾ ਬਦਾਮ ਹੈ, ਆਹ ਕਿਹੜਾ ਬਦਾਮ ਹੈ। ਵੀ ਬਦਾਮ ਹੁੰਦੇ ਨੇ। ਅੱਛਾ ਇਹ ਬਦਾਮ ਇਦਾਂ ਦਾ ਭਾਜੀ, ਬਦਾਮ ਹਾਰਡ ਹੁੰਦੇ ਆ, ਸੌਫਟ ਬਦਾਮ। ਤੇ ਇਹ ਬਦਾਮ ਇਹੋ ਜਿਹੇ ਮਤਲਬ ਮਲਟੀ ਕਲਰ ਵਿੱਚ ਬਦਾਮ ਆਏ ਹੋਏ ਨੇ, ਸਾਨੂੰ ਪਤਾ ਹੀ ਨਹੀਂ ਵੀ ਅਸੀਂ ਹੈਰਾਨ ਪਰੇਸ਼ਾਨ। ਅੱਛਾ ਇਹ ਬਦਾਮਾਂ ਨੂੰ ਮਾੜਾ ਜਿਹਾ ਭਿਉਂ ਦੋ ਨਾ ਤੇ ਡਬਲ ਸ਼ੇਡ ਮਾਰਦੇ। ਮਤਲਬ ਵੀ ਇੰਨਾ ਕੁ ਸੋਸ਼ਲ ਮੀਡੀਆ ਤੇ ਇੱਕ ਆ ਚੱਲਿਆ, ਤੇ ਇੱਕ ਤੇਰਾ ਭਾਈ ਜੋਗਿੰਦਰ। ਅੱਛਾ ਪਹਿਲਾਂ ਤੇਰਾ ਭਾਈ ਜੋਗਿੰਦਰ ਏਦਾਂ ਚੱਲਦਾ ਸੀ, ਬਾਅਦ 'ਚ ਨਾ 2-3 ਵਿਵਾਦ ਆ ਜਾਣ, ਫਿਰ ਤੇਰਾ ਭਾਈ ਜੋਗਿੰਦਰ। ਮੈਂ ਖਿੱਤਾ ਹੀ ਨਹੀਂ ਭਾਈ ਤੇਰਾ ਭਾਈ। ਅੱਛਾ ਇੰਨੇ ਕੁ ਸੋਸ਼ਲ ਮੀਡੀਆ ਤੇ ਮੈਨੂੰ ਨਫ਼ਰਤ ਨਹੀਂ ਹੈਗੀ, ਪਿਆਰ ਹੈ। ਕਹਿੰਦੇ ਨੇ ਵੀ ਕੁੜੀਆਂ ਨੂੰ ਕਹਿੰਦੇ ਵੀ ਠੀਕ ਹੈ ਛੋਟੇ ਕੱਪੜੇ ਪਾਓ, ਕੋਈ ਪ੍ਰੋਬਲਮ ਨਹੀਂ, ਸਾਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਪਾਓ ਕਰੋ। ਅੱਛਾ ਛੋਟੇ ਕੱਪੜੇ ਪਾ ਲੈਣਗੇ, ਫਿਰ ਉਹਨਾਂ ਨੂੰ ਖਿੱਚੀ ਜਾਣਗੇ ਵੀ ਜਦੋਂ ਹੁਣ ਤੂੰ ਇੰਨੀ ਕੈਪਰੀ ਪਾ ਲਈ ਆ ਤੇ ਉਹ ਜੇ ਖਿੱਚਣ ਨਾ ਇੱਥੇ ਤੱਕ ਤੇ ਆਉਣੀ ਨਹੀਂ। 4 ਬੰਦਿਆਂ 'ਚ ਖੜੇ ਹੋ, ਮਤਲਬ ਵੀ ਕਿੰਨੀ ਕੁ ਲੰਬੀ ਕਰ ਲਓਗੇ, ਉਹ ਜਾਂਦੀ ਜਾਂਦੀ ਵੀ ਕਰੀ ਜਾਓਗੇ ਉਹਨੂੰ, ਉੱਥੇ ਰਹਿਣੀ ਆ। ਸਾਡੇ ਕੋਲ 17 ਵਾਲਾ ਕੱਛਾ ਹੁੰਦਾ ਜਿਹਦਾ ਅੰਦਰੋਂ ਨਾਂ ਲਿਖਿਆ ਹੁੰਦਾ ਮਾਂ ਚੋ ਅੰਡਰਵੇਅਰ। नहीं सही गल है, माचो अंडरवेयर अंदर से। अच्छा वो भी नहीं, मतलब अंडरवेयर तो हो गया, गल खत्म हो गई अंडरवेयर ते, अंदर से फिर दिखाना पैंदा माचो। मतलब भी रियलिटी गल है। फिर हुण देखो जे असीं दिखाईए ना फिर साडी गड्डी नहीं चलदी, फिर कहना माचो अंडरवेयर अंदर से। मतलब ਇੰਨੇ ਕੁ ਚੀਜ਼ਾਂ ਹੁੰਦੀਆਂ ਵਾ, ਮਤਲਬ ਵੀ ਥੋੜਾ ਜਿਹਾ ਨਾਰਮਲ ਜੀ ਗੱਲ ਹੈ। ਕਦੀ ਕਿਸੇ ਨੂੰ ਫਾਰਮ ਭਰਦੇ ਕੁੱਟ ਪਈ ਹੋਵੇ ਤੁਹਾਡੇ ਵਿੱਚੋਂ ਕਦੀ? ਹਾਂ ਫਾਰਮ ਭਰਦੇ, ਆਮ ਸਿੰਪਲੀ ਫਾਰਮ ਜਿੱਦਾਂ ਆਪਾਂ ਭਰਦੇ, ਕਈ ਜਗ੍ਹਾ ਤੇ ਫਾਰਮ ਭਰਦੇ, ਮੈਂ ਵੀ ਫਾਰਮ ਭਰਦਾ ਪਿਆ ਹਾਂ। ਉੱਥੇ ਕਾਲਮ ਆਉਂਦੇ ਆ ਰਵਿੰਦਰ ਨਾਮ, ਠੀਕ ਆ, ਏਜ ਵਗੈਰਾ ਸਾਰਾ ਕੁਛ ਹੁੰਦਾ। ਇੱਕ ਕਾਲਮ ਹੋ ਰਿਹਾ ਕਹਿੰਦਾ ਉੱਥੇ ਹੁੰਦਾ ਸੈਕਸ, ਮੈਂ ਲਿਖ ਬੈਠਾ ਹਾਂ ਕਰ ਲਈਦਾ। ਬਹੁਤ ਮਾਰਿਆ ਉਹਨਾਂ ਨੇ, ਮਤਲਬ ਵੀ ਉਹ ਤੋਂ ਬਾਅਦ ਮਤਲਬ ਮੈਂ ਖੜਾ ਹੋਣ ਜੋਗਾ ਨਹੀਂ ਛੱਡਿਆ। ਇੱਕ ਨਾ ਜਿੱਦਾਂ ਪਿਆਰ ਦੇ ਕਿੱਸੇ ਚੱਲਦੇ ਨੇ, ਹੁਣ ਜਦੋਂ ਨਾ ਅਸੀਂ ਆਪਣੀਆਂ ਫੈਮਲੀਆਂ, ਕਦੀ ਤੁਸੀਂ ਉਹ ਵੇਖਿਆ ਹੋਰਰ ਫਿਲਮਾਂ ਵੇਖੀਆਂ ਹੋਣੀਆਂ, ਬਾਹਰ ਦੀਆਂ ਦੇਖੀ ਤੇ ਬੰਦਾ ਡਰਦਾ ਵਾ, ਇੰਡੀਅਨਸ ਦੇਖੇ ਤੇ ਬੰਦਾ ਭੂਤ ਤੇ ਯਕੀਨ ਹੀ ਨਹੀਂ ਕਰਦਾ, ਭੂਤ ਸਾਹਮਣੇ ਵੀ ਖੜਾ ਹੋਇਆ ਚਲੋ ਚਲੋ। ਮਤਲਬ ਵੀ ਭੂਤ ਨੂੰ ਅਸੀਂ ਕੁਝ ਸਮਝਦੇ ਹੀ ਨਹੀਂ ਹੈਗੇ, ਠੀਕ ਹੈ ਨਾ। ਹੁਣ ਜਿਹੜੇ ਕਵਿਤਾ ਜੋ ਕਵੀ ਵਗੈਰਾ ਹੈਗੇ ਨੇ ਉਹ ਬੜੇ ਵਧੀਆ ਕਵੀ ਕਰਦੇ ਨੇ, ਉਹਨਾਂ ਨੂੰ ਨਾ ਇਹੋ ਜਿਹੀਆਂ ਕਵਿਤਾ ਕਰਦੇ ਨੇ ਭਾਜੀ, ਬੈਠੇ ਹੋਏ ਇਹਨਾਂ ਦੀ ਅਜੀਬ ਜਿਹੀਆਂ ਗੱਲਾਂ ਸੁਣਨ ਵਾਲੀਆਂ ਆਉਣਗੀਆਂ। ਅੰਧੇਰੀ ਰਾਤ ਮੇਂ ਤੁਮਾਰੀ ਜ਼ੁਲਫੋਂ ਕੇ ਛਾਓਂ ਕੇ ਨੀਚੇ, ਪਹਿਲੀ ਗੱਲ ਵੀ ਅੰਨੇਰੀ, ਅੰਨਾ ਹੋਇਆ ਵਾ, ਅੰਨੀ ਦਿਆ ਹਨੇਰਾ ਹੋਇਆ ਵਾ, ਜ਼ੁਲਫਾਂ ਦੀ ਛਾਂ ਕੌਣ ਕਰਾਉਂਦਾ ਹਨੇਰੇ 'ਚ?
ਵੀ ਜੇ ਤੂੰ ਕਰਾ ਵੀ ਲਈ ਜ਼ੁਲਫਾਂ ਦੀ ਛਾਂ ਤੇ ਉਹ ਵੀ ਅੰਧੇਰੀ ਰਾਤ। ਅੱਛਾ ਫਿਰ ਉਹ ਤੋਂ ਇਹਨੇ ਸੁਨਸਾਨੇ ਰਾਹੋਂ ਪੇ ਤੂੰ ਚੱਲ ਰਹੀ ਹੋ, ਸਾਡਾ ਮੂੰਹ ਤੇ ਨਿਕਲਦਾ। ਸਾਨੂੰ ਕੋਈ ਬਾਹਰ ਕਿਤੇ ਰਾਤੀ ਬੱਤੀ ਬੰਦ ਕਰ ਦਿੰਦੇ, ਸਾਨੂੰ ਕਹਿੰਦੇ ਕੋਠੇ ਤੋਂ ਕੱਪੜੇ ਲਾ ਲਿਆ ਤੇ ਅਸੀਂ ਉਹਨੇ ਕੱਪੜੇ ਨਹੀਂ ਲਾਉਣੇ ਜਿੰਨੇ ਗਿੱਲੇ ਕਰ ਲੈਣੇ ਆ। ਵੀ ਕੌਣ ਚੱਲਦਾ ਹਨੇਰੀ ਰਾਹ ਦੇ ਵਿੱਚ। ਮੈਂ ਵੀ ਬੈਠਾ, ਆਪਣੀ ਸਹੇਲੀ ਮੇਰੀ, ਮੈਂ ਉਹਦੇ ਗੋਦੀ 'ਚ ਬੈਠਾ, ਉਹਦੀਆਂ ਬੜੇ ਪਿਆਰ ਨਾਲ ਜ਼ੁਲਫਾਂ ਮੇਰੇ ਸਿਰ ਦੇ ਉੱਪਰ ਆਈਆਂ ਤੇ ਮੈਂ ਬੜੇ ਪਿਆਰ ਨਾਲ ਪਰੇ ਕੀਤੀਆਂ। ਵੀ ਹੁੰਦਾ ਕਹਿੰਦੇ ਪਿਆਰ ਪਿਰ ਇਦਾਂ ਹੀ ਚੱਲਦਾ। ਉਹਦੀਆਂ ਫੇਰ ਡਿੱਗੀਆਂ ਮੇਰੇ ਸਿਰ ਤੇ ਮੈਂ ਫੇਰ ਬੜੇ ਪਿਆਰ ਨਾਲ ਪਰੇ ਕੀਤੀਆਂ। ਤੀਜੀ ਵਾਰੀ ਉਹਨੇ ਫੇਰ ਡਿੱਗਿਆ, ਮੈਂ ਉੱਠ ਕੇ ਕੰਨ ਤੇ ਧਰੀ, ਮੈਂ ਕਿਹਾ ਜਾਂ ਇਹਨੂੰ ਸਾਂਭ ਲਾ ਜਾਂ ਮੈਨੂੰ ਸਾਂਭ ਲਾ, ਦੋਵਾਂ ਦੇ ਇੱਕ ਸਾਂਭ। ਅੱਛਾ ਪਿਆਰ ਇਦਾਂ ਦੇ ਹੋ ਚੁੱਕੇ ਨੇ ਕਿ ਸਾਨੂੰ ਨਹੀਂ ਪਤਾ। ਸਾਡੇ ਵਿੱਚ ਹੁੰਦਾ ਸੀ ਕਿ ਅਗਰ ਤੁਸੀਂ ਕਿਸ ਵੀ ਕਰਨੀ ਨਾ ਭਾਜੀ, ਫਲਾਈਂਗ ਕਿਸ ਚੱਲਦੀ ਹੁੰਦੀ ਸੀ ਪਹਿਲਾਂ। ਉਹ ਦੂਰੋਂ ਇੰਨਾ ਡਰਾ ਦਿੱਤਾ ਗਿਆ ਫਲਾਈਂਗ ਕਿਸ ਵਿੱਚ ਵੀ ਕਿਸ ਕਰਨਾ ਵੀ ਬੱਚੇ ਹੁੰਦੇ ਨੇ, ਬੰਦਾ ਫਲਾਈਂਗ ਕਿਸ ਕਰਨ ਤੋਂ ਵੀ ਡਰਦਾ ਸੀ ਕਿ ਕਿਤੇ ਤੇ ਬੱਚਾ ਉਹ ਹੋਈ ਉਹ ਪ੍ਰੈਗਨੈਂਟ। ਤੇ ਅੱਜ ਕੱਲ੍ਹ ਦੀ ਭਾਜੀ ਚੁੰਮਾ ਚਾਟੀ ਕਿਸ ਨਹੀਂ ਹੁੰਦੀ ਭਾਜੀ, ਹੋਂਟ ਦੀ ਹੋਂਟ ਨਾਲ ਗੰਢ ਬੰਨ ਲੈਂਦੇ ਨੇ ਭਾਜੀ। ਇਹ ਫੈਵਿਕਵਿਕ ਵਾਲੇ ਹੈਰਾਨ ਨੇ ਵੀ ਸਾਡਾ ਜੋੜ ਫਿਰ ਵੀ ਕਿਸੇ ਤਰ੍ਹਾਂ ਛੁੱਟ ਜਾ, ਇਹਨਾਂ ਦਾ ਕਿਉਂ ਨਹੀਂ ਛੁੱਟਦਾ। ਸੌਣ ਲੱਗੇ ਭਾਜੀ, ਮਤਲਬ ਵੀ ਲਿਪਸ ਨੂੰ ਖਤਮ ਹੀ ਕਰ ਦਿੱਤਾ। ਕਈਆਂ ਨੇ ਵੇਖੇ ਮੈਂ ਲਿਪਸ ਛੋਟੇ ਰਹਿ ਰਹਿੰਦੇ, ਫਿਰ ਮੈਨੂੰ ਪਤਾ ਜਾਂਦਾ ਵੀ ਇਹ ਹੋਂਟ ਕਿਸੇ ਕਰਕੇ ਆਏ ਨੇ। ਇੱਕ ਹੋਰ ਚੀਜ਼, ਇੱਕ ਲਵ ਬਾਈਟ ਚੱਲ ਪਈ ਭਾਜੀ ਅੱਜ ਕੱਲ੍ਹ, ਠੀਕ ਹੈ। ਮੈਨੂੰ ਨਹੀਂ ਪਤਾ ਸੀ, ਮੈਨੂੰ ਮੇਰੀ ਸਹੇਲੀ ਕਹਿੰਦੀ ਜਾਣਾ ਅਸੀਂ ਘੁੰਮਣ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਅਸੀਂ ਦੋਵੇਂ ਘੁੰਮਣ ਗਏ, ਉੱਥੇ ਬੈਠੇ, ਮਾਹੌਲ ਵਧੀਆ ਬਣਿਆ, ਗਾਣੇ ਗੁਣੇ ਉਹਨਾਂ ਨੇ ਆਪਣੇ ਹਿਸਾਬ ਨਾਲ ਲਾਏ ਹੋਏ ਸੀ। ਮੈਂ ਸਾਹਮਣੇ ਮੇਰੇ ਬੈਠੀ ਤੇ ਮੇਰੇ ਕਰਦੀ ਮੇਰੇ ਕੋਲ ਆ ਗਈ। ਮੈਨੂੰ ਕਹਿੰਦੀ ਜਾਨੂ ਆਈ ਵਾਂਟ। ਮੈਂ ਕਿਹਾ ਪਹਿਲੀ ਗੱਲ ਤਾਂ ਇਹ ਦੱਸ ਵੀ ਤੂੰ ਇੰਨੀ ਅੰਗਰੇਜ਼ੀ ਸਿੱਖ ਕਿੱਥੋਂ ਲਈ, ਉਹ ਵੀ ਮੇਰੇ ਨਾਲ ਹੋ ਕੇ, ਮੈਨੂੰ ਤੇ ਆਪ ਨਹੀਂ ਆਉਂਦੀ। ਕਹਿੰਦੀ ਨਹੀਂ ਇੱਕ ਲਵ ਬਾਈਟ ਹੋ ਜੇ। ਸਾਨੂੰ ਭਾਜੀ ਕੀ ਪਤਾ ਲਵ ਬਾਈਟ ਕੀ ਹੁੰਦੀ ਆ। ਉਹ ਆਈ ਕੋਲ ਤੇ ਉਹਨੇ ਨਾ ਇੱਥੇ ਚੱਕੀ ਭੁਰੀ ਭਾਜੀ ਮੇਰੇ। ਭਾਜੀ ਮੈਨੂੰ ਥੋੜੀ ਪਤਾ ਵੀ ਉਹ ਲਵ ਬਾਈਟ ਆ। ਉਹ ਭਾਜੀ ਲਾਗੇ ਮੇਰੇ ਹੱਥ ਦੇ ਨਾ ਉਹ ਜਿਹੜੀਆਂ ਅੱਜ ਕੱਲ੍ਹ ਉਹ ਦਿੰਦੀਆਂ ਨਾ ਉਹ ਛੋਟੀਆਂ ਕੀ ਕਹਿੰਦੇ ਉਹਨੂੰ ਯਾਰ, ਬਾਲਟੀਆਂ ਜੇ ਮਿਲਦੀਆਂ ਖਾਣ ਪੀਣ ਵਾਲੇ, ਮੈਂ ਉਹੀ ਬਾਲਟੀ ਮੱਥੇ ਤੇ ਮਾਰੀ, ਦੰਦੀ ਵੜਦੀ ਆ। ਇਹ ਦੰਦੀ ਵੜ ਛੱਡੀ ਭਾਜੀ, ਇਹ ਕਿਹੜੀ ਲਵ ਬਾਈਟ ਹੋਈ। ਇਹਦੇ ਬੱਚੇ ਕਰ ਦਿੰਦੇ ਛੋਟੇ ਜਿਹੇ, ਮੈਂ ਇੱਥੇ ਮੰਮੀ ਤੇ ਦੰਦੀ ਵੜਦੀ, ਇੱਥੇ ਵੜਦੀ, ਇਹ ਕਿਹੜੀ ਲਵ ਬਾਈਟ ਹੋਈ। ਭਾਜੀ ਮੈਨੂੰ ਕਿਸੇ ਨੇ ਸਮਝਾਇਆ, ਫਿਰ ਮੈਂ ਉਹਦੇ ਕੋਲ ਵਿਚਾਰੀ ਕੋਈ ਸੋਰੀ ਮੰਗੀ ਤੇ ਉਹਦੀ ਵਿਚਾਰੀ ਦੇ ਮੇਰੇ ਤੇ ਏਡਾ ਨਿਸ਼ਾਨ ਨਹੀਂ ਪਿਆ ਜਿਹੜਾ ਉਹਦੇ ਮੱਥੇ ਤੇ ਵਿਆਹ ਹੈ। ਸੋ ਥੈਂਕ ਯੂ, ਦੈਟ ਇਜ਼ ਮਾਈ ਟਾਈਮ। ਬਹੁਤ ਮਜ਼ਾ ਆਇਆ ਸੱਚੀ, ਬਹੁਤ ਮਜ਼ਾ ਆਇਆ। ਇੱਥੋਂ ਪਤਾ ਲੱਗਦਾ ਕਿ ਸਾਡੇ ਪੰਜਾਬੀਆਂ ਦੀ ਆਬਜ਼ਰਵੇਸ਼ਨ ਕਿੰਨੀ ਤੇਜ਼ ਆ। ਹਾਂ ਸਹੀ ਗੱਲ, ਬਹੁਤ ਹੀ ਵਧੀਆ ਆਇਆ, ਬਹੁਤ ਫਨੀ ਸੀ। ਲੇਕਿਨ ਮੈਨੂੰ ਨਾ ਸਭ ਤੋਂ ਜ਼ਿਆਦਾ ਬੈਸਟ ਪਾਰਟ ਕੀ ਲੱਗਿਆ, ਉਹ ਜਿਹੜਾ ਕੱਚਾ ਬਦਾਮ ਸੀਗਾ, ਬਹੁਤ ਫਨੀ ਸੀਗਾ। ਸੋ ਨਾ ਹੁਣ ਦੇਖਦੇ ਆ ਕਿ ਸਾਡੇ ਨੈਕਸਟ ਕੰਟੈਸਟੈਂਟ ਕੀ ਕਰਦੇ ਨੇ। ਨੈਕਸਟ ਕੌਣ ਨੇ ਆਪਣੇ? ਹਾਂ ਸਾਡੇ ਨੈਕਸਟ ਕੰਟੈਸਟੈਂਟ ਨੇ ਜਿਨ੍ਹਾਂ ਦਾ ਨਾਮ ਹੈ ਕਰਨ ਪ੍ਰसाद। आ जाओ। हेलो गाइस। हेलो। आपकी हेलो ज़्यादा आ रही थी। माय नेम इज़ करण प्रसाद। तो मेरे दोस्त ने ना एक कुत्ता पाला। कुत्तों के बारे में तो सबने सुना होगा ना। हाँ जी। कि वफादार होते हैं। नहीं, आपके पास ही लग रहा है कोई, ये कौन बैठा है, ये कुत्ता ही लग रहा है। सॉरी। तो कुत्तों के बारे में सबने सुना होगा, वफादार होते हैं, है ना। मेरे दोस्त ने भी पाला। वफादार तो पता नहीं, लेज़ी बहुत है। मैं उसके घर पे गया, मैंने दरवाज़ा खटखटाया, वो सामने ही खड़ा था। मेरी उसको देख के फट गई। मैं उसको देख रहा था, वो मुझे देख रहा था। तो मेरा दोस्त जब तक आया वो तब तक मुझे देखता रहा, और जैसे ही वो आया मुझे भौंकना चालू कर दिया उसने। तो मैंने कहा कि इसको क्यों पाला हुआ है तूने? कह रहा रखवाली करेगा। मैंने कहा तेरे भौंकने के बाद वो भौंक रहा है, तो तू ही कर लेता रखवाली, उसको क्यों रखा तूने? खैर ये तो ऐसी छोटा सा था। बाकी स्कूल की स्टोरी है, बहुत स्टोरी है, ध्यान से सुनना। हम 3 दोस्त, बहुत जिगरी, इतने जिगरी कि अगर टीचर से मैं कह रहा हूँ मैं आई गो टू वॉशरूम, उन्हें अपने आप लग रही है। इतने जिगरी कि वो मेरे पापा को अंकल कहना भूल जा रहे हैं, पापा बोल दे रहे। उन तीनों में से ना सब, हाँ लग नहीं रहा हूँ, हर चोर चोर थोड़ी लगता है, ठीक है ना। तो उन तीनों में एक ना हमारा सर था। सर का टैग तो था, पर सर था नहीं, अंदर से थोड़ा वो था। तो उनमें ना हमें कंपटीशन चालू हो गया कि इनके साथ कौन करेगा, क्योंकि वो मारता बहुत था। तो मैंने कहा मैं करूँगा। उस टाइम पे ना इनविजिबल पेन चल रहे थे, याद है सबको? हाँ। जिसकी लिख दो दिखता नहीं था, लाइट मारो तो लिखता था। तो मैंने क्या किया, टेस्ट चल रहा था, मैंने टेस्ट के बीच में अपने दोस्त के हाथ पे लिख दिया मैं
और सर ने देख लिया। सर आए, उन्होंने कहा क्या लिखा है, उन्होंने देखा कुछ नहीं लिखा है। तो पीछे से किसी ने कह दिया सर लाइट मारो। सर ने लाइट मारा, कह रहे मैं नहीं सर आप नहीं हो। मैंने कहा नहीं सर आप ये कह रहे किसने लिखा, कह रहा है इसने। मैंने कहा मैंने लिखा। सर ये मैं तो वहाँ पे तो बहुत मार पड़ी, तो वो हार गया। टारगेट ये था कि मार नहीं खानी। तो नेक्स्ट डे मैंने क्या किया, दिवाली के 2-3 दिन बाकी थे, तो मैंने ना बिजली बम की लड़ी ली और अपने मकान मालिक का लाइटर चुराया। मैं पहुंच गया स्कूल, मैंने लड़ी छीली, मैंने सर की टाइमिंग नोट करी कि इतने टाइम पे यहाँ पे घुसते हैं। मैंने पटाखा छीला, मैंने जलाया, मैंने फेंक दिया। सर घुसे, वहाँ पटाखा फटा, वहाँ सर की फटी, यहाँ बच्चे यहाँ मेरी फट रही है। मैंने कहा अब ये आगे मुझे पेलेगा। तो सर आया, 3 लाइनें थी। एक तो जो बहुत पढ़ने में होशियार, जो दूसरी लाइन जो इनको इनकी तरह बनना है, हमारा कुछ नहीं, हमारा अपना चल रहा है। तो वो पहली लाइन पे कह रहा खड़ा हो जा, किसने फेंका, कह रहा सर पीछे से आया। उसको मारा, साइड में आया, पीछे गया। मैं सबसे लास्ट बेंच पे बैठा था। वो दूसरे पे आया, कह रहा किसने फेंका, कह रहा सर पीछे से आया। उसने उसको मारा। चौथे पे आया, कह रहा किसने फेंका, कह रहा सर पीछे से आया। मेरे तक पहुंचा, उसका टोन बदल गया। उसने मुझसे ये नहीं पूछा पीछे से कहाँ से आया, कह रहा खड़ा हो। मैंने कहा पीछे से आया, उसने मेरे चाटा मार दिया। कह रहा पीछे दीवार है। मैंने कहा पीछे से आया, कह रहा सिर्फ पीछे दीवार है। सो उसके बाद मैंने सर को ना ईगो पे आके गाली दे दी। उन्होंने सर को बुला लिया, मेन प्रिंसिपल को। तो हमारे घर वाले आए, वहाँ पे 2-3 बच्चे और भी जो शरारते, मैडम का एक बच्चा खड़ा था और सर खड़े थे साइड में। वो कब से कह रहा था पापा पापा पापा, वो सुन ही नहीं रहा था उसका बाप। मैंने कह दिया क्या है, उसकी माँ मेरी तरफ देख उसका बाप मेरी तरफ देख रहा है। मैंने कहा मैं ऐसे कह रहा हूँ, क्या बीच में बोल रहा है, मतलब मैं नहीं हूँ। तो वहाँ पे और ज़्यादा बढ़ गया। तो मेरे पापा ने मुझे घर जाके कहा कि तू ना बहुत बिगड़ गया, तुझे अब बेदखल कर देंगे, जा वाइट पेपर लेके आ। मैं वाइट पेपर लेके आया, उन्होंने पेन उठाया, लिखना कि आज से तू हमारा बेटा नहीं है, हम तुझे ख़ानदान से बेदखल कर रहे हैं, सारी प्रॉपर्टी अब हमारे नाम ही है। मैंने कहा प्रॉपर्टी, मैंने कहा किराए पे रह रहे हैं हम। मकान मालिक का लाइटर चुराता हूँ मैं पटाखे जलाने के लिए, किराए पे रह रहे हैं हम। ईगो पे आगे लिखी थी कि जो होता ना नया नया वो रिलेशनशिप, वो बीच में ईगो आ जाती है कि अरे तुम ये वो, तब लिखा था कि तुम हो हम हैं, कि तुम हो हम हैं, तुम नाव हो हम समंदर हैं, ना करो कोशिश आने की पास मेरे, तुम सत्य हो हम ब्रह्म हैं, तुम हो हम हैं। कुछ और एक बार लिखा था कि जिस्मों को लेकर मारती हो ताना हर बार तुम, आई लव यू कहकर किस तुम भी तो किया करती थी। कि जिस्मों को लेकर मारती हो ताना हर बार तुम, आई लव यू कहकर किस तुम भी तो किया करती थी, अपने दिल से एक बात पूछ के बताओ, मर्जी सिर्फ मेरी तो नहीं हुआ करती थी। एक बार लिखा था कि एक मेरे ग्रैंडफादर जो राइटर हैं, उनका एक शेर है, मुझे बड़ा कविता है, शेर नहीं, कि मैं धूप दोपहर महीने जून सा, तुम छाँव दरख्त ठंडी सी, मैं बरसों बिन मौसम बारिश सा, तुम किसी भीगते की छतरी सी, मैं काली रात अंधेरी शांत सा, तुम कड़कती हुई बिजली सी, मैं बाग भरा फूलों का, तुम उसमें उड़ती की तितली सी, मैं धूप महीने जून सा, तुम कड़कती हुई बिजली सी। एक शेर वो सुनाता हूँ मैं कि वो मेरे लिए मेरे फ़ोन की तरह, वो मेरे लिए मेरे फ़ोन की तरह हर 2 मिनट बाद याद आती है, मैं उसके लिए एक रेस्टोरेंट का नैपकिन सा करके इस्तेमाल फेंक जाती हूँ। मेरे चारों तरफ शोर है पर कुछ सुनाई नहीं दे रहा है, मेरे चारों तरफ शोर है पर कुछ सुनाई नहीं दे रहा है, इंतज़ार तुम्हारा है राहों में तुम्हारी पर कुछ दिखाई नहीं दे रहा है। घड़ी में मेरी वक्त तो तुम्हारे आने का सही है,
पर तुम्हारे रास्ते वाला फाटक बंद दिखाई दे रहा है। कर दो काम एक समझ के गुजारिश मेरी, आया करो टाइम पे इस रास्ते पे या तुम आना छोड़ दो। एक था दिल आपका अच्छा ही टूटा है। ये वाला मेरा फेवरेट शादी में जब अटैच थोड़ा देखा था तब लिखा था कि लड़कियां कितनी तेज होती हैं। मैं बताता हूँ कि तेरी मेरी नज़रों का आना तेरी तरफ, ये मैं सीरियसली दसदा भाई, बहुत तेज खेड़दियां ना, बहुत तेज खेड़दियां। उन्होंने सब पता होंदा, उन्होंने सब पता होंदा किहड़ा मुंडा ना देखदा पिया कि नहीं। ते हाँ वो पर ना जान के ना इदां ਜਦੋਂ नहीं देखो फिर पूरा देखदियां जी भर के, जो देख लो ना फिर इदां सीखा कि मेरी नज़रों का आना तेरी तरफ, फिर झुकाना तेरा अपनी नज़रों का बा कमाल का खेल खेलती है, ना देखती है ना देखने देती है। क्या बात। मैंने हर एक तस्वीर संभाल, मेरा ये भी फेवरेट है मेरा। अच्छा। मैंने हर एक तस्वीर संभाल के रखी तेरी, वाह करो वाह। मैंने हर एक तस्वीर संभाल के रखी तेरी, और तू है कि मुझे पहचानने से इनकार कर रहा है। ये लफ्ज़ तेरे खुद के हैं या किसी के कहने पे इरशाद कर रहा है। और तेरी संभाली हुई तस्वीरों में एक शख्स मेरी और का भी है उसमें, मतलब मैं ही हूँ। अच्छा। तेरी संभाली हुई तस्वीरों में एक शख्स मेरी और का भी है उसमें, ये सबूत बहुत है तेरी बर्बादी के लिए, पर मेरा दिल इनकार कर रहा है। उसके नए बॉयफ्रेंड को दिखा सकता हूँ मैं, बट मेरा दिल इनकार कर रहा है। कहाँ तक पहुँची उससे बातें तुम्हारी, कि कहाँ तक पहुँची उससे बातें तुम्हारी, जी पे अटकी है या तू कह के बात कर रहा है। चलती हवाओं में इतराते हुए पत्तों की जो डाली है उस पे बैठी कोयल सुबह सुबह जब गुनगुना रही थी, मुझे सच में तुम्हारी बहुत याद आ रही थी। चलती हवाओं में इतराते हुए पत्तों की जो डाली है उस पे बैठी कोयल सुबह सुबह जब गुनगुना रही थी, मुझे तुम्हारी बहुत याद आ रही थी। फिर हुई चालू थोड़ी सी बूंदाबांदी, रोना है ना। चलो ਢਿੱਡੋ नहीं हो गया, मैंने ना गुस्सा आ रहा ਹੁਣ। ਇਹਦਾ ਇੱਕ ਨਾ ਯਾਰਾਂ ਤੇ ਲਿਖਿਆ ਸੀਗਾ ਕਿ ਜਿਨ ਆਪਾਂ ਬਹੁਤ ਪਿਆਰ ਕਰਦੇ ਨਾ, ਪਿਆਰ ਤਾਂ ਇਹ ਮੈਂ ਨਾ ਭਾਈ ਕੰਪਲੀਟ ਨਹੀਂ, ਇਹ ਪਿਆਰ ਪੂਰਾ ਹੋ ਨਾ ਹੁਣ। करा के मेरा प्यार मेरा इंतकाम देखेगी। चलती हवाओं में इतराते हुए पत्तों की तरह देखिए मैं ताई कह रही हूँ। चलती हवाओं में इतराते हुए पत्ते कि जो डाली पे कोयल बैठी सुबह सुबह जब गुनगुना रही थी, मुझे तुम्हारी बहुत याद आ रही थी। फिर हुई चालू थोड़ी बूंदाबांदी, जैसे कोयल गई छोड़ के तुम भी वैसे ही मुझे जा रही थी। फोन में लगता है फोटो भी उसकी रखी है पीछे। अच्छा चैट पे लगाइए, वो दिखी पूरी। हो जान दो भाई। हम उन्हें वक्त बे वक्त याद करते रहेंगे, वैसे वो वक्त गया कि वो हमसे प्यार करते रहेंगे। इस ख्याल से निकलूँ बाहर सोच रहा हूँ मैं, नहीं तो इस उम्मीद में तो हम मरते रहेंगे। बिल्कुल बिल्कुल जी बिल्कुल। खून बनाना भी किन्ने आप, खून तो पीगी सारा नागिन। ਉਹਨਾਂ ਦੇ ਟੁੱਟੇ ਦਿਲ ਦੀ ਕਹਾਣੀ ਓਹ ਬਟ ਫੇਰ ਵੀ ਦੇਖਣ ਵਾਲੀ ਚੀਜ਼ ਸੀਗੀ ਕਿ ਉਹਨੇ ਆਪਣੇ ਟੁੱਟੇ ਦਿਲ ਦੀ ਕਹਾਣੀ ਨੂੰ ਕਿਵੇਂ ਮਤਲਬ ਸਾਰੀ ਕਵਿਤਾ ਦੇ ਵਿੱਚ ਸਾਰਾ ਪਰੋਇਆ, ਐਂਡ ਅਸੀਂ ਲੋਕਾਂ ਨੇ ਇੰਜੋਏ ਕੀਤਾ, ਬਟ ਮਜ਼ਾ ਆਇਆ। ਮਜ਼ਾ ਤਾਂ ਬਹੁਤ ਆਇਆ, ਲੇਕਿਨ ਮੈਨੂੰ ਥੋੜਾ ਨਾ ਦੁੱਖ ਵੀ ਹੋਇਆ, ਹਾਏ ਵਿਚਾਰੇ ਨੇ ਆਪਣੀ ਟੁੱਟੇ ਦਿਲ ਦੀ ਗੱਲ ਕਿੱਦਾਂ ਹੱਸ ਕੇ ਦੱਸ ਰਿਹਾ ਸੀ। ਸੋ ਹੁਣ ਨੈਕਸਟ ਕੰਟੈਸਟੈਂਟ ਸਾਡੇ ਕਿਹੜੇ ਆ? ਦੱਸੋ ਕਿਹੜੇ ਨੇ? ਮੈਂ ਦੱਸ ਦਿੰਦਾ, ਦੱਸੋ ਜੀ। ਹਰਦੇਵ ਸਿੰਘ ਦੇਵ ਨੈਕਸਟ ਕੰਟੈਸਟੈਂਟ ਨੇ। ਸੋ ਦੇਖਦੇ ਆ ਕਿ ਹੁਣ ਇਹ ਕਿਵੇਂ ਲੋਕਾਂ ਨੂੰ ਸਾਨੂੰ ਸਾਰਿਆਂ ਨੂੰ ਖਿਤਾਉਂਦੇ ਆ। ਆ ਜਾਓ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਆ ਜਿਹੜੇ ਖੁਸ਼ ਨੇ ਇਹਨਾਂ ਕੁਆਰਿਆਂ ਨੂੰ, ਤੇ ਜਿਹੜੇ ਵਿਆਹੇ ਨੇ ਇਹਨਾਂ ਵਿਚਾਰਿਆਂ ਨੂੰ। ਚਲੋ ਖੈਰ ਮੈਂ ਗੱਲ ਸ਼ੁਰੂ ਕਰਦਾ ਜੀ। ਅੱਜ ਦਿਨ ਬੜਾ ਹੀ ਮਨੂਸ ਚੜਿਆ, ਬੜਾ ਹੀ ਮਨੂਸ ਚੜਿਆ। ਨਾ ਸ਼ਰਮੀ ਟੱਕਰੀ ਨਾ ਭੱਲੀ, ਇੱਕ ਜਨਾਨੀ ਟੱਕਰੀ ਚੰਦਰੀ, ਉਹ ਵੀ ਕੱਲੀ। ਭਾਈ ਇਹ ਜਨਾਨੀ ਨੇ ਮੇਰਾ ਨਾ ਜੀਣਾ ਆਰਾਮ ਕੀਤਾ ਹੋਇਆ। ਮੈਨੂੰ ਪਤਾ ਕੀ ਕਹਿੰਦੀ,
ਕਹਿੰਦੀ ਦੇਵ ਸਾਹਿਬ ਸ਼ਰਮ ਕਰਿਆ ਕਰੋ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਲੈ ਦੱਸੋ ਇਹ 'ਚ ਕਿਹੜੀ ਨਵੀਂ ਗੱਲ ਆ? ਮੈਂ ਮੰਨਦਾ ਭਾਈ ਵੀ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਮੈਂ ਕਦੋਂ ਇਨਕਾਰ ਕਰਦਾ। ਪਰ ਜੇ ਸਮਾਜ ਇਹਨਾਂ ਗੱਲਾਂ ਤੇ ਚੱਲਦਾ ਨਾ ਤੇ ਫਿਰ ਸਮਾਜ ਦੀਆਂ ਸਾਰੇ ਵਰਗ ਦੀਆਂ ਔਰਤਾਂ ਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ। ਜੇ ਧੀਆਂ ਭੈਣਾਂ ਸਾਂਝੀਆਂ, ਵੋਟੀਆਂ ਵੀ ਸਾਂਝੀਆਂ ਕਰੋ। ਭਾਈ ਇੰਨੀ ਗੱਲ ਕਹਿ ਕੇ ਮੈਂ ਆਪਣਾ ਪੱਖ ਰੱਖਿਆ ਹੀ ਸੀ ਕਿ ਇੱਕ ਬੜੀ ਜ਼ੋਰ ਦੀ ਧਮਾਕਾ ਹੋਇਆ ਤੇ ਮੇਰੀਆਂ ਅੱਖਾਂ ਅੱਗੇ ਕਾਲਾ ਹਨੇਰਾ ਆ ਗਿਆ। 2 ਕੁ ਦਿਨਾਂ ਬਾਅਦ ਮੇਰੀ ਅੱਖ ਖੁੱਲੀ, ਮੈਂ ਹੱਥ ਲਾਇਆ ਤੇ ਇੱਥੇ ਸੁੱਜਿਆ ਜਾ ਤਾਂ ਮੈਂ ਵੀ ਟਸ਼ਨ ਜਿਹਾ ਕੀਤਾ, ਹਿੰਦੀ ਫਿਲਮਾਂ ਵਾਂਗ ਹੌਲੀ ਜਿਹੀ ਅੱਖਾਂ ਖੋਲੀਆਂ, ਪੁੱਛਿਆ, ਮੈਂ ਕਹਾਂ ਹੂੰ। ਭਾਜੀ ਅੱਗੋਂ ਹਿੰਦੀ ਫਿਲਮਾਂ ਵਾਂਗ ਹੀ ਆਸਮਾਨੀ ਬਿਜਲੀ ਗਰਜੀ, ਮੇਰੇ ਕਮਰੇ ਦੇ ਭਾਂਡੇ ਟਿੰਡੇ ਟੀਵੀ ਸਭ ਹਿੱਲਣ ਲੱਗ ਪਏ ਤੇ ਇੱਕ ਗਰਜਦੀ ਹੋਈ ਬੜੀ ਭੈੜੀ ਤੇ ਕਰਕਸ਼ ਦੀ ਆਵਾਜ਼ ਮੇਰੇ ਕੰਨਾਂ 'ਚ ਪਈ, ਔਰ ਤੁਸੀਂ ਆਪਣੇ ਘਰ ਹੀ ਹੋ ਜੀ, ਸੱਟ ਲੱਗਣ ਨਾਲ ਨਾ ਤੁਹਾਡੀ ਸੁਰਤ ਟਿਕਾਣੇ ਨਹੀਂ ਰਹੀ, ਬੇਹੋਸ਼ ਹੋ ਗਏ ਸੀ ਤੁਸੀਂ। ਤਾਂ ਮੈਂ ਸੋਚਿਆ ਬਈ ਮੇਰਾ ਬੰਦਾ ਮਰਦਾ ਮਰ ਜੇ, ਹਸਪਤਾਲ 'ਚ ਨਾ ਨਰਸਾਂ ਦੇ ਹੱਥ ਲਵਾ ਕੇ ਮੈਂ ਆਪਣੇ ਬੰਦੇ ਦਾ ਸੱਤ ਭੰਗ ਨਹੀਂ ਹੋਣ ਦੇਣਾ। ਲਓ ਭਾਜੀ ਉਹਦੀ ਇੰਨੀ ਗੱਲ ਸੁਣੀ ਮੇਰੀਆਂ ਸਾਰੀਆਂ ਅੱਖਾਂ ਖੁੱਲ ਗਈਆਂ ਤੇ ਉਸ ਦਿਨ ਤੋਂ ਬਾਅਦ ਬਾਹਲੇ ਸਿਆਣੇ ਹੋ ਗਏ ਆ ਜੀ। ਆਪਣੇ ਵਿਚਾਰ ਤੇ ਉਹਦੇ ਅੱਗੇ ਕਹਦੇ ਵੀ ਨਹੀਂ। ਚਲੋ ਖੈਰ ਮੈਂ ਤੁਹਾਨੂੰ ਇੱਕ ਹੋਰ ਵਾਕਿਆ ਸੁਣਾਉਣਾ। ਥੋੜ੍ਹੇ ਦਿਨ ਹੋਏ ਮੈਂ ਸੜਕ 'ਤੇ ਜਾ ਰਿਹਾ ਸੀਗਾ ਕੰਮ ਤੇ, ਸੜਕੋਂ ਪਾਰ ਨਾ ਮੇਰਾ ਧਿਆਨ ਪਿਆ, ਇਸ ਉਮਰ 'ਚ ਧਿਆਨ ਇੱਧਰ ਉੱਧਰ ਜ਼ਿਆਦਾ ਚਲਾ ਜਾਂਦਾ ਹੈ, ਤਾਂ ਮੇਰਾ ਧਿਆਨ ਪਿਆ, ਮੈਂ ਦੇਖਿਆ ਇੱਕ ਬੜੀ ਹੀ ਜੈਂਟਲਮੈਨ ਲੇਡੀ, ਨਾਈਸ ਬਾਈਸੈਪ, ਹੈਵੀ ਸ਼ੋਲਡਰ, ਜਾ ਰਹੀ ਸੀ। ਉਹਨੂੰ ਦੇਖੇ ਭਾਜੀ ਲਵ ਐਟ ਫਸਟ ਸਾਈਟ ਹੋ ਗਿਆ। ਖੈਰ ਇਹ ਵਾਕਿਆ ਨਾ ਮੈਂ ਤੁਹਾਨੂੰ ਪੋਇਮ 'ਚ ਸੁਣਾਉਣਾ, ਮਜ਼ਾ ਜ਼ਿਆਦਾ ਆਏਗਾ, ਠੀਕ ਹੈ ਜੀ। ਉਹਨੂੰ ਦੂਰੋਂ ਦੇਖਿਆ ਤੇ ਲੱਗੀ ਬੜੀ ਸੋਹਣੀ ਸੀ। ਪ੍ਰੀਤ ਉਹਨੂੰ ਮੇਰੇ ਨਾਲ ਖੌਰੇ ਕਦੋਂ ਹੋਣੀ ਸੀ। ਉਹਨੂੰ ਜਦੋਂ ਦੇਖਿਆ ਤੇ ਦੇਖਦਾ ਹੀ ਰਹਿ ਗਿਆ। ਓਏ ਹੱਥ ਮੂੰਹ ਛੱਡੋ, ਨਾ ਧੋ ਕੇ ਪਿੱਛੇ ਬਹਿ ਗਿਆ। ਉਹ ਜਿੱਧਰ ਹੋ ਜਾਏ ਪਿੱਛੇ ਉਹਦਾ ਲੇਲਾ ਸੀ, ਜਿਵੇਂ ਅੱਗੇ ਠੱਗ ਗੁਰੂ ਪਿੱਛੇ ਚਵਲ ਜਿਹਾ ਚੇਲਾ ਸੀ। ਭਾਜੀ ਉਹ ਦੁਕਾਨ ਵਿੱਚ ਵੜ ਗਈ ਖਾਣ ਗਜਰੇਲਾ, ਅਸੀਂ ਬਾਹਰ ਸਿਗਰਟਾਂ ਦਾ ਭਰ ਦਿੱਤਾ ਰੇਲਾ। ਖੈਰ ਝੱਖੜ ਸਾਰੇ ਝੱਲ ਨੂੰ ਘਰ ਤੱਕ ਛੱਡਿਆ, ਉਦੋਂ ਤੱਕ ਭੁੱਖ ਨੂੰ ਸੀ ਆਂਦਰ ਵਾਲੇ ਵੱਢਿਆ। ਉੱਥੋਂ ਵੇਲਾ ਹੋ ਕੇ ਜਦੋਂ ਘਰ ਵੱਲ ਚੱਲਿਆ, ਉਹ ਬੜੀ ਜ਼ੋਰ ਦੀ ਕਲੇਜਾ ਮੇਰਾ ਹੱਲਿਆ। ਉਹ ਸੁਬਾਹ ਜਦੋਂ ਚਾਈ ਉਹਦੇ ਪਿੱਛੇ ਆਇਆ ਸੀ, ਉਹ ਸਕੂਟਰ ਸਾਲਾ ਨੋ ਪਾਰਕਿੰਗ ਜ਼ੋਨ ਵਿੱਚ ਲਾਇਆ ਸੀ। ਪਰ ਯਾਦ ਆਉਂਦੇ ਸਾਰ ਹੀ ਮੈਂ ਉਧਰ ਨੂੰ ਭੱਜਿਆ, ਰਸਤੇ 'ਚ 5-7 ਬੰਦੇ ਅੱਜ ਵੱਜਿਆ, ਕਿਸੇ ਧੱਕਾ ਮਾਰਿਆ ਤੇ ਕਿਸੇ ਗਾਲ ਕੱਢ ਮਾਰੀ ਸੀ। ਮੈਂ ਨਹੀਂ ਰੁਕਿਆ, ਮੈਂ ਹਿੰਮਤ ਨਾ ਹਾਰੀ ਸੀ। ਸੌ ਸਾਈ ਹੋਇਆ ਜਦੋਂ ਚੌਕ ਵਿੱਚ ਪੁੱਜਿਆ, ਯਕੀਨ ਕਰਿਓ ਅੱਗੇ ਕਾਲਾ ਜਿਹਾ ਸਿਪਾਹੀ ਸੀ ਤੇ ਮੂੰਹ ਹੀ ਉਹਦਾ ਸੁੱਜਿਆ। ਭਾਜੀ ਅੱਖਾਂ ਉਹਦੀਆਂ ਲਾਲ ਤੇ ਹੱਥ ਵਿੱਚ ਸੋਟੀ ਸੀ। ਮੈਂ ਸੋਚਿਆ ਸਾਲੀ ਅੱਜ ਕਿਸਮਤ ਹੀ ਖੋਟੀ ਸੀ। ਹੌਸਲਾ ਜਿਹਾ ਕਰ, ਜਦੋਂ ਪੁੱਛਿਆ ਸਵਾਲ ਸੀ, ਉਹਨੇ ਵੀ ਟਕਾ ਕੇ ਕੋਈ ਕੱਢ ਮਾਰੀ ਗਾਲ ਸੀ। ਸਕੂਟਰ ਤੇ ਝੋਲਾ ਮੇਰੀ ਸੀਟ ਤੇ ਸੀ ਰੱਖਿਆ, ਗਰੀਬਾਂ ਦਾ ਖੂਨ ਉਹਨੇ ਰੱਜ ਕੇ ਸੀ ਚੱਖਿਆ। ਭਾਜੀ ਸਕੂਟਰ ਤੋਂ ਹਟਣ ਦੀ ਮੈਂ ਬੇਨਤੀ ਗੁਜ਼ਾਰੀ ਸੀ ਤਾਂ ਉਹਨੇ ਤਾੜ ਦੇਣੀ ਸੋਟੀ ਮੇਰੇ ਬਾਟਮਾਂ ਤੇ ਮਾਰੀ ਸੀ। ਖੈਰ ਮੈਨੂੰ ਕਹਿੰਦਾ ਹਟ ਜਾ ਤੂੰ ਪਾਸੇ, ਤੇਰਾ ਬਣਦਾ ਚਲਾਨ ਹੈ। ਮੈਂ ਕਿਹਾ ਜੀ ਇਹਦੇ ਨਾਲ ਚਲਾ ਲਓ, ਆਹੀ ਆਣ ਮਨ ਸ਼ਾਨ ਹੈ ਜੀ। ਉਹ ਭਾਜੀ ਨੋਟ ਦੇਖ 500 ਦਾ, ਥੋੜਾ ਜਿਹਾ ਹੱਸਿਆ, ਕਹਿੰਦਾ ਉਹ ਭਈਏ ਨੂੰ ਬੜਾ ਜਿਹਦੀ ਸਾਹਮਣੇ ਦੁਕਾਨ ਹੈ। ਖੈਰ ਸਕੂਟਰ ਚੜਾ ਕੇ ਚਾਲੇ ਘਰ ਨੂੰ ਸੀ ਪਾ ਲਏ ਤੇ ਫਿਰ ਉਹਨੂੰ ਮਿਲਣੇ ਦੇ ਹੌਸਲੇ ਵਧਾ ਲਏ। ਘਰ ਪਹੁੰਚ ਮੈਂ ਨਾ ਜਨਾਨੀ ਨੂੰ ਬੁਲਾਇਆ ਸੀ, ਸਿੱਧਾ ਜਾ ਕੇ ਡੇਰਾ ਹੇਠਾਂ ਛਾਪਰਾਂ ਤੇ ਲਾਇਆ ਸੀ। ਨਹਾ ਕੇ ਰੋਟੀ ਖਾ ਕੇ ਜਦੋਂ ਕੈਮ ਸ਼ੈਮ ਹੋ ਗਿਆ, ਇਮੈਜਿਨ ਕਰਿਓ ਕੀ ਕੀਤਾ ਮੈਂ। ਓਏ ਪਾ ਕੇ ਜੱਫੀ ਉਹਦੀ ਮੈਂ ਯਾਦਾਂ ਨੂੰ ਸੀ ਸੋ ਗਿਆ। ਬੜੀ ਔਖੀ ਰਾਤ ਲੰਘੀ, ਬੜੀ ਔਖੀ ਰਾਤ ਲੰਘੀ ਤੇ ਦਿਨ ਜਦੋਂ ਚੜਿਆ, ਉਹ ਰੈਡੀ ਸ਼ੈਡੀ ਹੋ ਕੇ ਨਾ ਫਿਰ ਉਹੀ ਫੜਿਆ। ਪਤਾ ਕਿਉਂ?
ਕੱਲ ਨੂੰ ਚੰਗੀ ਤਰ੍ਹਾਂ ਤਾਂ ਨਹੀਂ ਸੀ ਸਕਿਆ, ਰੰਗ ਰੂਪ ਨੈਣ ਨਕਸ਼ ਮਾਪ ਨਹੀਂ ਸੀ ਸਕਿਆ। ਨੱਪ ਕੇ ਸਕੂਟਰ ਜਦੋਂ ਚੌਕ ਵਿੱਚ ਪੁੱਜਿਆ ਭਾਈ ਫਿਰ ਉਹੀ ਕਾਲਾ ਜਿਹਾ ਸਿਪਾਹੀ ਸੀ ਤੇ ਮੂੰਹ ਸੀ ਉਹਦਾ ਸੁੱਜਿਆ। ਖੈਰ ਰੈੱਡ ਲਾਈਟ ਹੋ ਗਈ, ਮੈਂ ਵੀ ਉੱਥੇ ਹੀ ਖਲੋ ਗਿਆ। ਰੈੱਡ ਲਾਈਟ ਹੋ ਗਈ, ਮੈਂ ਵੀ ਉੱਥੇ ਹੀ ਖਲੋ ਗਿਆ। ਪਿੱਛੇ ਬੜੇ ਸ਼ੋਰ ਸੀ ਤੇ ਖੋਰੇ ਕੀ ਸੀ ਹੋ ਗਿਆ। ਉਹ ਪਿੱਛੇ ਮੁੜ ਦੇਖਿਆ ਮੈਂ ਦੇਖਦਾ ਹੀ ਰਹਿ ਗਿਆ। 100 ਘੜਾ ਪਾਣੀ ਮੇਰੇ ਸਿਰ ਉੱਤੇ ਪੈ ਗਿਆ। ਸੱਚੀ ਯਾਰੋ ਉਸੇ ਵੇਲੇ ਦਿਲ ਮੇਰਾ ਟੁੱਟਿਆ ਜਿੱਦਾਂ ਮੈਨੂੰ ਕਿਸੇ ਚੌਥੀ ਮੰਜ਼ਿਲ ਤੋਂ ਸੁੱਟਿਆ। ਉਹ ਕਾਰ ਵਾਲੇ ਨਾਲ ਜਿਹੜਾ ਉੱਚੀ ਉੱਚੀ ਭੌਂਕਦਾ ਸਾਲਾ ਉਹੀ ਮੇਰਾ ਪਿਆਰ ਸੀ ਤੇ ਜਾਲੀ ਖੁਸਰਾ ਸੀ ਚੌਂਕਦਾ। ਖੈਰ ਭਾਜੀ ਇੰਨੀ ਕੁ ਮਾੜੀ ਤਾਂ ਚੱਲਦੀ ਰਹਿੰਦੀ ਐ ਇਸ ਉਮਰੇ। ਇਹ ਤਾਂ ਮਾੜੀ ਕੁਛ ਨਹੀਂ ਭਾਜੀ, ਮਾੜੀ ਜਿਹੜੀ ਚੂਚੇ ਨਾਲ ਹੋਈ। ਚੂਚਾ ਮੇਰਾ ਜਿਗਰੀ ਯਾਰ। ਅੱਛਾ ਭਾਜੀ ਪਰਸੋਂ ਨਾ ਮੈਂ ਖੜਾ ਸੜਕ ਤੇ, ਮੈਂ ਦੇਖਿਆ ਕਿ ਬੰਦਾ ਸਾਹਮਣੇ ਆ ਰਿਹਾ ਬੜਾ ਬਿੰਗਾ ਟੇਢਾ ਜਿਹਾ। ਮੈਂ ਕਿਹਾ ਯਾਰ ਦਿਮਾਗ ਲਾਇਆ, ਮੈਂ ਕਿਹਾ ਯਾਰ ਚੂਚਾ ਲੱਗਦਾ। ਯਕੀਨ ਕਰਿਓ ਜਦੋਂ ਕੋਲ ਆਇਆ ਸੱਚੀ ਚੂਚਾ। ਮੂੰਹ ਸੁੱਜਿਆ, ਨੀਲ ਪਏ ਹੋਏ, ਥਾਂ ਥਾਂ ਤੇ ਸੜੇ ਦੇ ਨਿਸ਼ਾਨ। ਮੈਂ ਕਿਹਾ ਯਾਰ ਚੂਚੇ ਆ ਕੀ ਵਾਪਰਿਆ ਤੇਰੇ ਨਾਲ, ਯਾਰ ਕੀ ਹੋਇਆ? ਕਹਿੰਦਾ ਯਾਰ ਪੁੱਛ ਨਾ, ਮੇਰੀ ਜੀਭ ਦਾ ਰਸ ਹੈ। ਮੈਂ ਕਿਹਾ ਸਾਲਿਆ ਐਡਾ ਗੰਦਾ ਤੇਰੀ ਜੀਭ ਦਾ ਰਸ, ਜਿੱਥੇ ਜਿੱਥੇ ਲੱਗਿਆ ਨੀਲ ਪਾਰ ਤੇ। ਕਹਿੰਦਾ ਯਾਰ ਮਜ਼ਾਕ ਨਾ ਬਣਾ, ਮੇਰੇ ਨਾਲ ਬਹੁਤ ਮਾੜੀ ਹੋਈ। ਮੈਂ ਕਿਹਾ ਦੱਸ ਯਾਰ। ਮੈਨੂੰ ਮਜ਼ਾ ਆਉਣ ਲੱਗ ਪਿਆ ਉਹਦੇ ਵੱਲ ਦੇਖ ਕੇ ਨਾ, ਜਿਹਦੀ ਉਹਦੀ ਕੰਡੀਸ਼ਨ ਸੀ ਨਾ ਬੜੀ। ਉਹ ਮੈਨੂੰ ਦੇਖ ਕੇ ਬਹੁਤ ਹੱਸਦਾ ਹੁੰਦਾ ਜਦੋਂ ਮੇਰੀ ਜਨਾਨੀ ਮੇਰੀ ਕੁੱਤੇ ਖਾਣੀ ਕਰਦੀ ਨਾ, ਤੇ ਮੈਨੂੰ ਬੜਾ ਮਜ਼ਾ ਆਇਆ। ਮੈਂ ਕਿਹਾ ਗੱਲ ਵੀ ਵਧੀਆ ਲੱਗਦੀ। ਮੈਂ ਕਿਹਾ ਦੱਸ ਯਾਰ ਕੀ ਹੋਇਆ, ਦੱਸ ਛੇਤੀ ਦੱਸ ਕੀ ਹੋਇਆ। ਕਹਿੰਦਾ ਯਾਰ ਹੋਇਆ ਕੁਛ ਨਹੀਂ ਨਾ, ਪਰਸੋਂ ਮੈਂ ਗਾਣਾ ਸੁਣ ਬੈਠਾ, ਕਹਿੰਦਾ ਰਣਜੀਤ ਬਾਵੇ ਦਾ, ਮੈਨੂੰ ਬੜਾ ਸੋਹਣਾ ਲੱਗਾ। ਮੈਂ ਕਿਹੜਾ ਕਿਹੜਾ ਕਿਹੜਾ? ਕਹਿੰਦਾ ਆਹੀ ਉਹ ਦੇਖ ਲਈ ਤੱਕਦੇ ਰੇ ਅਸੀਂ ਬਣ ਜਾਣਾ ਹੀਰੇ ਸਾਡੀ ਵਾਰੀ ਆਉਣ ਦੇ। ਮੈਂ ਕਿਹਾ ਅੱਛਾ। ਕਹਿੰਦਾ ਗਾਣਾ ਬੜਾ ਸੋਹਣਾ ਯਾਰ, ਮੇਰੇ ਮੂੰਹ ਤੇ ਚੜ ਗਿਆ। ਮੈਂ ਕਿਹਾ ਹੈ ਹੀ ਸੋਹਣਾ ਯਾਰ, ਮੇਰੇ ਵੀ ਚੜ ਗਿਆ ਜਦੋਂ ਮੈਂ ਪਹਿਲੀ ਵਾਰੀ ਸੁਣਿਆ। ਕਹਿੰਦਾ ਮੈਂ ਸਾਰਾ ਦਿਨ ਇਹੀ ਗਾਣਾ ਗਾਈ ਗਿਆ। ਮੈਂ ਕਿਹਾ ਅੱਛਾ ਫੇਰ? ਕਹਿੰਦਾ ਗਾਂਦਾ ਮੈਂ ਘਰ ਵੜਿਆ, ਗੇਟ ਖੋਲ੍ਹਿਆ, ਅੰਦਰ ਵੜਿਆ ਤੇ ਸਾਹਮਣੇ ਤੇਰੀ ਭਾਬੀ ਖੜੀ ਰਸੋਈ 'ਚ। ਤੇ ਯਾਰ ਪਹਿਲੇ 4-5 ਸਾਲ ਜਨਾਨੀ ਸੋਹਣੀ ਲੱਗਦੀ ਆ, ਉਸ ਤੋਂ ਬਾਅਦ ਤੇ ਨਾ ਜਨਾਨੀ ਨੂੰ ਦੇਖਦੇ ਬੰਦੇ ਦੀ ਫੀਲਿੰਗ ਛੱਡ ਸਾਲੀ ਤਸਵੀਰ ਬਦਲ ਜਾਂਦੀ ਪਿੰਡ ਦੀ। ਕਹਿੰਦਾ ਫੇਰ ਕੀ ਹੋਇਆ? ਫੇਰ ਕੀ ਭਰਾਵਾ, ਉਹਨੂੰ ਦੇਖ ਕੇ ਮੈਂ ਪਤਾ ਨਹੀਂ ਕੀ ਗਾ ਗਿਆ। ਮੈਂ ਕਿਹਾ ਫੇਰ? ਮੈਂ ਕੀ ਗਾਇਆ ਤੂੰ? ਕਹਿੰਦਾ ਮੈਂ ਗਾਂਦਾ ਨੂੰ ਦੇਖ ਕੇ ਗਿਆ, ਉਹ ਦੇਖ ਲਈ ਕੰਮ ਜਾਤੇ ਤੇਰੇ ਭੰਨਣੇ ਨੇ ਪਾਸੇ ਸਾਡੀ ਵਾਰੀ ਆਉਣ ਦੇ, ਨੀ ਤੈਨੂੰ ਇੱਕ ਵਾਰੀ ਫੈਂਟ ਸਾਡੇ ਲੱਥ ਜਾਣੇ ਝਾਕੇ ਸਾਡੀ ਵਾਰੀ ਆਉਣ ਦੇ। ਹਲੇ ਮੈਂ ਗਾਣਾ ਪੂਰਾ ਨਹੀਂ ਕੀਤਾ ਸੀ ਯਾਰ, ਤਿੰਨ ਨਹੀਂ ਛੱਡ 2.5 ਮਿੰਟ ਲਾਏ ਉਹਨੇ ਮੇਰੇ ਸਾਰੇ ਝਾਕੇ ਖੋਲਣ 'ਚ। ਮੈਂ ਕਿਹਾ ਯਾਰ ਪਹਿਲਾਂ ਹੋਈ ਤੇ ਮਾੜੀ ਏ, ਚੱਲ ਨੀਲ ਵੀ ਦੇਖੇ ਸੁੱਜਿਆ ਵੀ ਠੀਕ ਹੈ, ਪਰ ਆ ਜਿਹੜਾ ਸੜਿਆ ਯਾਰ। ਕਹਿੰਦਾ ਉਹਨੇ ਪਹਿਲਾਂ ਹੀ ਚਿਮਟਾ ਗੈਸ ਤੇ ਰੱਖਿਆ ਹੀ, ਪਤਾ ਨਹੀਂ ਕਿਹੜੇ ਕੰਮ ਨੂੰ ਗਰਮ ਕਰਨ ਨੂੰ। ਸਾਰਾ ਮੇਰੇ ਤੇ ਝਾਕੇ ਲਾਉਣ ਨੂੰ ਵਰਤਿਆ ਫਿਰ ਕਹਿੰਦਾ ਉਹਨੇ ਯਾਰ। ਮੈਂ ਕਿਹਾ ਚਲੋ ਖੈਰ ਛੱਡੋ, ਮੈਂ ਤੁਹਾਨੂੰ ਇੱਕ ਹੋਰ ਗੱਲ ਸੁਣਾਉਣਾ ਜੀ ਆਪਣੀ। ਪਿਛਲੇ ਸਾਲ ਦੀ ਗੱਲ ਆ, ਜੂਨ ਦਾ ਮਹੀਨਾ ਭਰ ਗਰਮੀ। ਮੈਂ ਆਵਾਂ ਪਿਆ ਮੋਟਰਸਾਈਕਲ ਤੇ, ਅਚਾਨਕ ਮੋਟਰਸਾਈਕਲ ਬੰਦ ਹੋ ਗਿਆ। ਮੈਂ ਬੜਾ ਪਰੇਸ਼ਾਨ, ਮੈਂ ਗੜੇ ਜਾਣਾ ਸੀ ਬੜਾ ਜ਼ਰੂਰੀ। ਮੈਂ ਕਿੱਕਾਂ ਮਾਰ ਕਾਮਲਾ ਹੋ ਗਿਆ ਜੀ, ਪਸੀਨੋ ਪਸੀਨ ਹੋ ਗਿਆ, ਮੱਤ ਮੇਰੀ ਵੱਜ ਗਈ। ਮੋਟਰਸਾਈਕਲ ਸਟਾਰਟ ਨਾ ਹੋਏ। ਫਿਰ ਮੈਂ ਕਿਹਾ ਯਾਰ ਪਹੁੰਚਣਾ ਬਹੁਤ ਜ਼ਰੂਰੀ ਆ। ਮੈਂ ਮੋਟਰਸਾਈਕਲ ਸਾਈਡ ਤੇ ਲਾ ਕੇ ਲੋਕ ਲਾਇਆ, ਇੱਧਰ ਉੱਧਰ ਦੇਖਿਆ, ਨਾ ਸਕੂਟਰ ਨਾ ਬੰਦਾ ਨਾ ਬੰਦੇ ਦੀ ਜਾਤ। ਮੈਂ ਆਪ ਹੀ ਤੁਰਿਆ ਥੋੜ੍ਹਾ ਗਾਂਹ ਨੂੰ। ਅੱਗੇ ਦੇਖਿਆ ਭਾਜੀ ਸਾਈਡ ਤੇ ਇੱਕ ਦਰਖਤ ਦੇ ਥੱਲੇ ਭਈਆ ਰਕਸ਼ਾ ਲਾ ਕੇ ਸੁੱਤਾ, ਸੀਟ ਪਾ ਕੇ ਸੌਂਦੇ ਨਾ ਨਜ਼ਾਰੇ ਦੇ ਲੈ ਕੇ, ਉਹ ਸੁੱਤਾ। ਮੈਂ ਕਿਹਾ ਬਣ ਗਈ ਗੱਲ ਯਾਰ, ਹੈਂ ਕੋਈ ਨਾ ਪੈਸੇ ਵੱਧ ਵੀ ਮੰਗੂ ਦੇ ਦਾਂਗਾ। ਮੈਂ ਕਿਹਾ ਹੈਲੋ ਉਹ ਭਾਈ ਹੈਲੋ, ਕਾ ਬਾਤ ਹੈ? ਪਤਾ ਨਹੀਂ ਮੇਰਾ ਸਵਾਲ ਗਲਤ ਹੀ। ਮੈਂ ਹੈਲੋ ਕਾ ਬਾਤ ਹੈ? ਮੈਂ ਕਿਹਾ ਗੜੇ ਦਾ ਕੀ ਲਏਗਾ? ਭਾਜੀ ਐਡੀ ਸੋਲਿਡ ਬੇਇੱਜ਼ਤੀ, ਤੁਸੀਂ ਯਕੀਨ ਨਹੀਂ ਕਰਨਾ, ਕਦੀ ਨਹੀਂ ਹੋਈ। ਸਾਰਾ ਅੱਗੋਂ ਮੈਨੂੰ ਪਤਾ ਕੀ ਕਹਿੰਦਾ, और जाओ हमें ना ही बेचना। फिर सो गया। मैं ठीक है भरा, चलो खैर तुहानू एक होर गल सुनाना मैं अपने बारे। असल च मैं कॉमेडी करन नहीं आया इत्थे, मैं ना तुहानू अपनी ऑटोबायोग्राफी मूँह जबानी सुनाना है। ठीक है जी, इस करके सुनना सिर्फ है ना, समझना कि मैं कॉमेडी करना है। एक
ਵਾਲੀ ਦੀ ਗੱਲ, ਪਹਿਲਾਂ ਤੁਹਾਨੂੰ ਪਤਾ ਕਿ ਪੁਰਾਣੇ ਟਾਈਮ ਸਾਡੇ ਵੇਲੇ ਅੱਜ ਤੋਂ 30 35 40 ਸਾਲ ਪਹਿਲਾਂ ਲੋਕਾਂ ਦੇ ਨਾ ਘਰ ਛੋਟੇ ਛੋਟੇ ਹੁੰਦੇ ਸੀ ਤੇ ਬਾਥਰੂਮ ਘਰੋਂ ਬਾਹਰ ਬੜੇ ਹੁੰਦੇ ਸੀ ਤੇ ਸਿਕਿਉਰਿਟੀ ਵਾਈਜ਼ ਜਾਂ ਟਾਟ ਟੰਗਿਆ ਹੁੰਦਾ ਸੀ ਜਾਂ ਫੱਟਾ ਰੱਖਿਆ ਹੁੰਦਾ ਸੀ, ਠੀਕ ਹੈ ਜੀ। ਤੇ ਉਦੋਂ ਲੋਕਾਂ 'ਚ ਪਿਆਰ ਬੜਾ ਸੀ, ਇੱਕ ਦੂਜੇ ਨਾਲ ਮਿਲ ਕੇ ਨਾ ਸਾਰੇ ਹੀ ਫੰਕਸ਼ਨ ਆਪਾਂ ਦਿਵਾਲੀ ਲੋਹੜੀ ਦੁਸ਼ਹਿਰਾ ਸਭ ਕੁਝ ਰਲ ਕੇ ਮਨਾਉਂਦੇ ਸੀ, ਮੁਹੱਲੇ 'ਚ ਚੌਂਕ 'ਚ ਸਾਰੇ ਇਕੱਠੇ ਹੋ ਕੇ। ਤੇ ਸਾਡੇ ਮੁਹੱਲੇ ਦੇ ਵਿੱਚ ਲੋਹੜੀ ਬੜੇ ਢੰਗ ਨਾਲ ਮਨਾਈ ਜਾਂਦੀ ਭਾਜੀ। ਲੋਹੜੀ ਦੇ ਆਪਾਂ 10 15 ਦਿਨ ਪਹਿਲਾਂ ਨਿਆਣਿਆਂ ਨੇ ਮੰਗਦੇ ਰਹਿਣਾ, ਕਿਸੇ ਕੋਲ ਪਾਥੀ, ਕਿਸੇ ਕੋਲ ਲੱਕੜ, ਕਿਸੇ ਕੋਲ ਕੁਛ, ਚੰਗਾ ਇਕੱਠ ਹੋ ਜਾਂਦਾ ਜੀ। ਤੇ ਐਂਡ ਵਾਲੇ ਦਿਨ ਆਪਾਂ ਕੋਲੋਂ ਕੁਛ ਕੰਟਰੀਬਿਊਟ ਕਰਕੇ ਨਾ ਲੱਕੜਾਂ ਚੰਗੀਆਂ ਲਿਆ ਕੇ ਚੌਂਕ 'ਚ ਭੁੱਗਾ ਸਜਾ ਦੇਣਾ ਤੇ ਰਜੋੜੀਆਂ ਮੂੰਗਫਲੀ ਲਿਆ ਕੇ ਰੱਖ ਦੇਣੀ। ਪਰ ਆਪਾਂ ਖੱਪੀ ਬੜੇ ਹੁੰਦੇ ਸੀ। ਉਹ ਜਿਹੜਾ ਸਮਾਨ ਇੱਦਾਂ ਆਇਆ ਹੁੰਦਾ ਸੀ ਉਹਦਾ ਮਜ਼ਾ ਨਹੀਂ ਆਉਂਦਾ ਸੀ। ਆਪਾਂ ਚੋਰੀ ਲੋਕਾਂ ਦੇ ਘਰ ਦੇ ਪਰ ਕਿਸੇ ਦੀ ਮੰਜੀ, ਕਿਸੇ ਦਾ ਕੁਛ, ਉਹ ਭੰਨ ਤੋੜ ਕੇ ਨਾ ਚੋਰੀ ਲਿਆ ਕੇ ਉੱਤੇ ਸਿੱਟ ਦਿੰਦੇ ਹੁੰਦੇ ਸੀ। ਖੈਰ ਇੱਕ ਲੋਹੜੀ ਤੇ ਆਪਾਂ ਇੱਦਾਂ ਹੀ ਇਕੱਠਾ ਕੀਤਾ ਸਾਰਾ ਤੇ ਲੋਹੜੀ ਬਾਲਦੀ, ਸਾਰੇ ਹੱਸ ਰਹੇ, ਕੋਈ ਫੁੱਲੀਆਂ ਪਾ ਰਿਹਾ, ਕੋਈ ਮੂੰਗਫਲੀ ਪਾ ਰਿਹਾ, ਕੋਈ ਕੁਛ ਪਾ ਰਿਹਾ ਤੇ ਮੇਰਾ ਦਿਮਾਗ ਕਿਸੇ ਹੋਰ ਪਾਸੇ। ਮੈਂ ਇਸ਼ਾਰਾ ਕੀਤਾ, ਆਪਾਂ ਗਏ ਭਾਜੀ 3 ਘਰ ਛੱਡ ਕੇ, ਬਾਥਰੂਮ ਦੇ ਬਾਹਰ ਦਰਵਾਜ਼ਾ ਪਿਆ ਸੀ, ਆਪਾਂ ਚੱਕਿਆ, ਰਸਤੇ 'ਚ ਹੀ ਤੋੜਿਆ, ਸਿੱਟ ਤਾ, ਉਹ ਬਲਣਾ ਸ਼ੁਰੂ ਹੋ ਗਿਆ। ਪਰ ਇੰਨੀ ਦੇਰ ਨੂੰ ਭਾਈ ਜੀ ਦਾ ਦਰਵਾਜ਼ਾ ਸੀ, ਆਂਟੀ ਵੀ ਆ ਗਈ, ਆਂਦੀ ਆ ਲੋਹੜੀ ਹੈ, ਹਾਂਜੀ ਮੈਂ ਲੋਹੜੀ ਹੈ, ਬਲ ਭੁੱਗਿਆ ਤੈਨੂੰ ਚਿੜੀਆਂ ਨੇ ਚੁੱਗਿਆ, ਬਲ ਭੁੱਗਿਆ ਤੈਨੂੰ ਚਿੜੀਆਂ ਨੇ ਚੁੱਗਿਆ। ਉਹ ਭਾਜੀ ਮੈਂ ਅੰਦਰੋਂ ਹੱਸਾਂ, ਮੈਂ ਕਿਹਾ ਭੁੱਗਾ ਤਾਂ ਤੈਨੂੰ ਸਵੇਰੇ ਪਤਾ ਲੱਗਣਾ। ਭਾਈ ਸਵੇਰੇ ਦਿਨ ਚੜ੍ਹਿਆ, ਹੁਣ ਸਵੇਰੇ ਭਾਜੀ ਜਾਣਾ ਤਾਂ ਸਾਰਿਆਂ ਨੇ ਨਾ, ਉਹ ਲੱਭਣਾ ਦਰਵਾਜ਼ਾ ਕਿੱਥੇ ਆ, ਦਰਵਾਜ਼ਾ ਲੱਭੇ ਨਾ। ਉਹ ਆਂਟੀ ਮਹੱਲੇ 'ਚ ਨਾ ਪਤਾ ਕਰਨ ਲਈ ਵੀ ਕਿਸੇ ਇੱਧਰ ਉੱਧਰ ਕਿਸੇ ਨਿਆਣੇ ਨੇ ਸ਼ਰਾਰਤ ਨਾ ਕੀਤੀ ਹੋਏ। ਉਹ ਲੰਘਦੀ ਭੁੱਗੇ ਕੋਲੋਂ ਤੇ ਉਹਦਾ ਕੁੰਡੇ 'ਤੇ ਧਿਆਨ ਪਿਆ, ਕੋਲ ਜਾ ਕੇ ਨੇ ਪੈਰ ਨਾਲ ਲੱਗਦਾ ਦੇਖਿਆ, ਕੁਛ ਨਹੀਂ ਕੀਤਾ। ਕਹਿੰਦੀ ਮੇਰਾ ਛੋਟੇ ਹੁੰਦੇ ਦਾ ਨਾਂ ਰਿੰਕੂ, ਘਰ ਦਾ ਅੱਜ ਵੀ ਰਿੰਕੂ, ਕਹਿੰਦਾ ਰਿੰਕੂ ਮੈਂ ਤੂੰ ਮਰ ਜਾ ਰਾਮਿਆ, ਮੈਨੂੰ ਕੀੜੇ ਪੈਣ, ਤੇਰਾ ਕੱਕ ਨਾ ਰੇ। ਚਲੋ ਖੈਰ ਮੈਂ ਇੱਕ ਹੋਰ ਵਾਕਿਆ ਸੁਣਾਉਣਾ ਜੀ ਆਪਣੇ ਨਾਲ, ਜਿਹੜਾ ਵਾਕਿਆ ਮੇਰੇ ਨਾਲ ਹੋਇਆ ਕਿ ਤੁਸੀਂ ਗੇਟ ਕ੍ਰੈਸ਼ਰ ਸੁਣੇ ਹੋਣੇ ਆ, ਜਿਹੜੇ ਨਹੀਂ ਭਾਜੀ ਜਿਹੜੇ 3 ਪੇਜ ਵਾਲੇ ਗੇਟ ਕ੍ਰੈਸ਼ਰ ਜਿਹੜੇ ਪਾਰਟੀਆਂ 'ਚ ਵੜ ਜਾਂਦੇ ਆ। ਸਾਨੂੰ ਬੜਾ ਸ਼ੌਕ ਹੁੰਦਾ ਜੀ, ਆਪਾਂ ਰੱਬ ਨੇ ਸੋਹਣੇ ਚੰਗੇ ਹੀ ਕੱਪੜਾ ਕੁਪੜਾ ਪਾਇਆ ਵੀ ਚੰਗਾ ਲੱਗਦਾ ਹੁੰਦਾ ਸੀਗਾ, ਹੈ ਜੀ। ਆਪਾਂ ਹੁਣ ਸਾਡਾ ਕੀ ਹੁੰਦਾ ਸੀ ਕਿ ਆਪਾਂ ਵਧੀਆ ਵਿਆਹ ਦੇਖਣੇ, ਵੱਡੇ ਉੱਥੇ ਵੜ ਜਾਣਾ, ਖਾ ਪੀ ਕੇ ਐਸ਼ ਕਰਕੇ ਨਿਕਲਣਾ ਉੱਥੋਂ। ਇਹਦਾ ਇੱਕ ਵਿਆਹ 'ਚ ਆਪਾਂ ਵੜ ਗਏ ਭਾਜੀ। ਮੈਂ ਗਿਆ ਵਿਆਹ 'ਚ ਮਾੜਾ ਮੋਟਾ ਸਨੈਕਸ ਨੂੰ ਲੈ ਕੇ, ਮੈਂ ਦੇਖਿਆ ਕਿ ਕੁੜੀ ਬੜੀ ਸੋਹਣੀ, ਉਹ ਕੁੜੀ ਬੜੀ ਸੋਹਣੀ ਤੇ ਮੈਂ ਉਹਨੂੰ ਦੇਖਾਂ, ਉਹ ਵੀ ਮੈਨੂੰ ਦੇਖੇ ਭਾਜੀ। ਮੈਂ ਕਿਹਾ ਯਾਰ ਬਣਦੀ ਜਾਂਦੀ ਹੈ ਗੱਲ, ਹੈਂ। ਤੇ ਉਹ ਹੱਸੇ ਮੇਰੇ ਵੱਲ ਦੇਖ ਕੇ, ਮੈਂ ਵੀ ਇਸ਼ਾਰਾ ਜਿਹਾ ਕਦੀ ਇੱਦਾਂ ਕਰਦਾ ਰਿਹਾ। ਉਹ ਨਾ ਮੈਨੂੰ ਇਸ਼ਾਰਾ ਜਿਹਾ ਕਰਕੇ ਐਂ ਨੂੰ ਨਿਕਲ ਗਈ। ਮੈਂ ਕਿਹਾ ਯਾਰ ਬਣ ਗਈ ਗੱਲ। ਮੈਂ ਵੀ ਉਹਦੇ ਮਗਰੇ ਦਿਮਾਗ 'ਚ ਇੱਕ ਖਿਆਲ ਸੀਗਾ ਯਾਰ, ਬਾਰ ਆਪਾਂ ਗੱਲ ਤਾਂ ਸੁਣੀ ਹੁੰਦੀ, ਉਹ ਵੈਨ ਡਰ ਗਈ, ਉਹ ਵੈਨ ਡਰ ਗਈ, ਉਹ ਵੈਨ ਡਰ ਗਈ, ਹੈ ਨਾ। ਤਾਂ ਮੈਂ ਕਿਹਾ ਚਲੋ ਚੱਲਦੇ ਆ, ਹੈ ਨਾ, ਜੇ ਨਹੀਂ ਗੱਲ ਬਣੀ ਤਾਂ ਕਹਿ ਦਿਆਂਗੇ ਉਹ ਵੈਨ ਡਰ ਗਈ, ਉਹ ਵੈਨ ਡਰ ਗਈ। ਚਲੋ ਖੈਰ ਮੈਂ ਉਸ ਤੋਂ ਪਹਿਲਾਂ ਹੀ ਭਾਜੀ ਘੁੰਮ ਕੇ ਅੱਗੇ ਕਮਰੇ 'ਚ ਦਰਵਾਜ਼ੇ ਦੇ ਪਿੱਛੇ, ਉਹ ਅੰਦਰ ਆਈ, ਮੈਂ ਪਿੱਛੋਂ ਜੱਫੀ ਪਾਈ। ਉਹ ਕਹਿੰਦੀ ਹਾਂ ਮੈਂ ਮਰ ਗਈ, ਮੈਂ ਤਾਂ ਉਹ ਵੈਨ ਡਰ ਗਈ, ਉਹ ਵੈਨ ਡਰ ਗਈ, ਉਹ ਵੈਨ ਡਰ ਗਈ। ਭਾਜੀ ਇੰਨੀ ਗੱਲ ਕਹੀ ਸੀ, ਮੇਰੇ ਮੂੰਹ ਤੇ ਕਿਸੇ ਨੇ ਕੱਪੜਾ ਪਿਆ, ਕਹਿੰਦੇ ਉਹ ਵੀਰ ਫੜ ਲਿਆ, ਉਹ ਵੀਰ ਫੜ ਲਿਆ, ਉਹ ਵੀਰ ਫੜ ਲਿਆ। ਬਸ ਮੇਰਾ ਵੀਰ ਫੜਿਆ ਤੇ ਮੈਂ ਠੁੱਡਾ ਉੱਤੇ ਧਰ ਲਿਆ, ਠੁੱਡਾ ਉੱਤੇ ਧਰ ਲਿਆ। ਭਾਜੀ ਤੁਸੀਂ ਯਕੀਨ ਕਰਿਓ, ਬੈਂਡ ਰਾਣੀ ਮੈਨੂੰ ਪਤਾ ਕਿੰਨੇ 'ਚ ਪਈ, 9 ਟਾਂਕਿਆਂ 'ਚ। ਚਲੋ ਖੈਰ ਇੱਦਾਂ ਹੀ ਸ਼ਰਾਰਤਾਂ ਕਰਕੇ ਵੱਡੇ ਹੋ ਗਏ ਭਾਜੀ। ਇੱਦਾਂ ਹੀ ਇੱਕ ਵਾਰ ਫੇਰ ਮੇਰੇ ਨਾਲ ਇੱਕ ਹਾਦਸਾ ਹੋਇਆ ਤੇ ਮੈਂ ਮਾਰਕੀਟ 'ਚ ਖੜਾ ਤੇ ਮੈਂ ਦੇਖਿਆ ਇੱਕ ਕੁੜੀ ਬੜੀ ਸਿੰਪਲ ਜੀ ਕੁੜੀ, ਸਿੰਪਲ ਜੀ। ਮੈਂ ਕਿਹਾ ਯਾਰ ਅੱਜ ਦੇ ਮਾਡਰਨ ਜ਼ਮਾਨੇ 'ਚ ਇੰਨੀ ਸਿੰਪਲ ਕੁੜੀ। ਮੈਂ ਉਹੀ ਟਰਾਈ ਸ਼ੁਰੂ ਕੀਤੀ ਤੇ ਕੁੜੀ ਨੇ ਮੇਰੇ ਵੱਲ ਦੇਖਿਆ, ਘਾਹ ਨਹੀਂ ਪਾਇਆ। ਤੇ ਮੈਂ ਕਿਹਾ ਮੈਂ ਕਿਹੜਾ ਘੋੜਾ, ਹੈ ਨਾ। ਖੈਰ ਮੈਂ ਉਹਦੇ ਕੋਲ ਗਿਆ, ਮੈਂ ਕਿਹਾ ਹਾਂਜੀ। ਕਹਿੰਦੀ ਹਾਂਜੀ। ਮੈਂ ਕਿਹਾ ਕੁਛ ਨਹੀਂ ਜੀ ਬਸ। ਕਹਿੰਦੀ ਜਰ ਲਏਗਾ। ਮੈਂ ਕਿਹਾ ਜੀ ਪੱਕਾ ਖਰਚਾ ਕਰ ਲਏਗਾ। ਮੈਂ ਕਿਹਾ ਜੀ ਜਿੰਨਾ ਕਹੋ। ਕੰਮ ਕਰ ਲੈਣਾ। ਮੈਂ ਕਿਹਾ ਜੀ ਜਿੱਦਾਂ ਮਰਜ਼ੀ। ਭਾਜੀ ਆ 3 ਸਵਾਲ ਤੁਸੀਂ ਯਕੀਨ ਕਰਿਓ ਮੈਨੂੰ ਇੰਨੇ ਮਹਿੰਗੇ ਪਏ, ਅੱਜ 15 ਸਾਲ ਹੋ ਗਏ ਆ ਭਾਜੀ। ਉਹ ਸਾਰੇ ਕੰਮ ਵੀ ਕਰ ਲਿਆ ਤੇ ਸੁੱਖ ਨਾਲ 3 ਬੱਚਿਆਂ ਦਾ ਪਿਓ ਆ।
ਓਏ ਵੇ ਇੰਨਾ ਫਲਰਟ ਕਰਦੇ ਨੇ ਕੁੜੀਆਂ ਨਾਲ ਓਏ ਹੋਏ ਬਟ ਮੈਨੂੰ ਵੀ ਲੱਗਾ ਚਲੋ ਐਨੀ ਹਾਓ ਪਰ ਬੜਾ ਮਜ਼ਾ ਆਇਆ ਪਰਫਾਰਮੈਂਸ ਦੇਖ ਕੇ ਹੋਪ ਤੁਸੀਂ ਵੀ ਇੰਜੋਏ ਕੀਤਾ ਹੋਊਗਾ ਸੋ ਹੁਣ ਨੈਕਸਟ ਸਾਡੇ ਕੰਟੈਸਟੈਂਟ ਜਿਹੜੇ ਨੇ ਕੌਣ ਆ ਰਹੇ ਨੇ ਉਹ ਆ ਰਹੇ ਨੇ ਜਿਹੜੇ ਕਿਊਟ ਨੇ ਆਪਣੇ ਆਪ ਨੂੰ ਕਹਿੰਦੇ ਕਿ ਮੈਂ ਬੜਾ ਕਿਊਟ ਬੰਦਾ ਹੈ ਉਹਨਾਂ ਦਾ ਨਾਮ ਹੈ ਜਤਿਨ ਬੱਸੀ ਨਾਓ ਫॉर द ਬੱਸੀ ਬੱਸੀ ਨਾਲ ਨਾ ਇਹ ਦਿੱਕਤ ਹੈ ਕਿ ਸਰਨੇਮ ਤੋਂ ਨਾ ਉਹ ਬੰਦਾ ਹੈਗਾ ਇੱਕੋ ਹੀ ਫੇਮਸ ਲੋਕਾਂ ਨੂੰ ਯਾਦ ਹੈ ਨਾ ਅਨੁਭਵ ਸਿੰਘ ਬੱਸੀ ਲੇਕਿਨ ਉਹਦੀ ਉਮੀਦ ਰੱਖਣ ਦਾ ਤੁਹਾਨੂੰ ਫਾਇਦਾ ਨਹੀਂ ਕਿਉਂਕਿ ਮੇਰੇ ਕੋਲ ਅਨੁਭਵ ਨਹੀਂ ਹੈਗਾ ਸਹੀ ਹੈ ਮੈਨੂੰ ਕਿਸੇ ਨੇ ਦਿੱਤਾ ਵੀ ਨਹੀਂ ਅਨੁਭਵ ਮਗਰ ਕੁਝ ਚੀਜ਼ਾਂ ਮਿਲਦੀਆਂ ਸਾਡੀਆਂ ਜਿਵੇਂ ਉਹ ਪੰਜਾਬੀ ਹੈ ਮੈਂ ਵੀ ਪੰਜਾਬੀ ਹੈ ਉਹ ਦਾਰੂ ਪੀਂਦਾ ਮੈਂ ਲੱਸੀ ਪੀਂਦਾ ਤੇ ਉਹ ਵੱਡਾ 6 ਫੁੱਟ ਦਾ ਬੰਦਾ ਉਹ ਵੱਡਾ ਹੈ ਇੱਦਾਂ ਉੱਪਰ ਦੀ ਔਰ ਮੈਨੂੰ ਲੱਗਾ ਢਿੱਡ ਤੋਂ ਵੱਲੋਂ ਵੱਡਾ ਹੋਣਾ ਮੇਰੇ ਸਰੀਰ ਨੂੰ ਨਹੀਂ ਪਤਾ ਸੀਗਾ ਕਿੱਦਾਂ ਵੱਡਾ ਹੋਣਾ ਤੇ ਇਹ ਸਾਰੀ ਲੱਸੀ ਆਪਣੀ ਨਹੀਂ ਕਰੂੰਗਾ ਜੇ ਉਹਨੇ ਫਰਿੱਜ 'ਚੋਂ ਸਮਾਨ ਕੱਢਣਾ ਹੋਏ ਨਾ ਉਹਨੂੰ ਝੁਕਣਾ ਪੈਂਦਾ ਵਾ ਲੇਕਿਨ ਇਹ ਬੱਸੀ ਝੁਕੂਗਾ ਨਹੀਂ ਡਾਇਲੋਗ ਨਹੀਂ ਹੈ ਜਦੋਂ ਝੁਕਦਾ ਨਾ ਮੈਂ ਮੇਰੀ ਸ਼ਰਟ ਦੇ ਬਟਨ ਟੁੱਟ ਜਾਂਦੇ ਮੋਟਾਪੇ ਦਾ ਨੁਕਸਾਨ ਜੇ ਟੀ-ਸ਼ਰਟ ਪਾਈ ਹੈ ਉਹ ਵੈਸੇ ਉੱਪਰ ਚੜ ਜਾਂਦੀ ਹੈ ਭੈੜਾ ਜਿਹਾ ਲੱਗਦਾ ਤੇ ਬਾਕੀ ਉਹ ਬੰਦਾ ਹੈ ਸਟਰੋਂਗ ਮੈਂ ਕਮਜ਼ੋਰ ਇੱਦਾਂ ਮੈਨੂੰ ਮੇਰੀ ਮੰਮਾ ਕਹਿੰਦੇ ਆ ਕਿ ਤੂੰ ਕਮਜ਼ੋਰ ਹੋ ਗਿਆ ਹੈ ਜਿਵੇਂ ਸਵੇਰੇ ਰੋਟੀਆਂ ਦਿੱਤੀਆਂ ਇੱਕ ਹੋਰ ਖਾ ਲੈ ਛੋਟੀ ਹੈ ਹੋਰ ਖਾ ਲੈ ਖਾ ਕੇ ਮੋਟਾ ਹੋਈ ਗਿਆ ਤੇ ਉਹ ਮੈਨੂੰ ਕਮਜ਼ੋਰ ਸਮਝਦੇ ਮੈਨੂੰ ਵੀ ਵਹਿਮ ਪੈ ਗਿਆ ਮੈਂ ਕਿਤੇ ਕਮਜ਼ੋਰ ਆਇਆ ਤਾਂ ਮੈਂ ਕਿਤੇ ਡਿੱਗ ਗਿਆ ਸੀ ਮੈਨੂੰ ਨਾ ਸਵੈਲਿੰਗ ਹੋ ਚੁੱਕੀ ਹੈ ਇਹ ਸੋਚ ਆ ਗਈ ਹੈ ਮੇਰੇ ਮੈਂ ਮੋਟਾ ਨਹੀਂ ਹੈਗਾ ਬਿਲਕੁਲ ਤੇ ਉਹ ਲੇਕਿਨ ਨਾ ਜੇ ਤੁਹਾਨੂੰ ਵਹਿਮ ਪੈਂਦੇ ਟੁੱਟਦੇ ਵੀ ਆ ਮੇਰੇ ਟੁੱਟੇ 2 ਗੱਲਾਂ ਨਾਲ ਇੱਕ ਤਾਂ ਜਦੋਂ ਆਪਣਾ ਮੋਦੀ ਨਾਲ ਇੱਕ ਡੋਰੇਮੋਨ ਹੁੰਦਾ ਹੈ ਅਮਿਤ ਸ਼ਾਹ ਉਹਦੇ ਮੰਮਾ ਵੀ ਕਹਿ ਰਹੇ ਸੀਗੇ ਕਿ ਮੇਰਾ ਮੁੰਡਾ ਕਮਜ਼ੋਰ ਹੋ ਗਿਆ ਤੇ ਮੈਂ ਕਿਹਾ ਤਾਂ ਰਿਲੇਟੇਬਲ ਹੈ ਤੇ ਦੂਜਾ ਉਦੋਂ ਕਿ ਜਦੋਂ ਕੁੜੀਆਂ ਨਹੀਂ ਭਾਵ ਦਿੰਦੀਆਂ ਸੀ ਇਹ ਹੈ ਕਿ ਮੋਟੇ ਹੋਣ ਦੇ ਫਾਇਦੇ ਵੀ ਹੈ ਕਿ ਕੁੜੀਆਂ ਤੁਹਾਡੇ ਨਾ ਚਿਕਸ ਨੂੰ ਇੱਦਾਂ ਪੁੱਲ ਕਰਦੀਆਂ ਇੱਦਾਂ ਕਹਿੰਦੀ ਤੁਸੀਂ ਮੋਟੇ ਹੋ ਸਾਡੀ ਜਾਨ ਦੇ ਟੁੱਟੇ ਹੋ ਮਗਰ ਫਾਇਦਾ ਕੋਈ ਨਹੀਂ ਹੁੰਦਾ ਸੈਟ ਹੋ ਭਾਈ ਅਵੀ ਭਾਈ ਵਾਂਗ ਮੁੰਡਿਆਂ ਨਾਲ ਹੀ ਹੁੰਦੀ ਹੈ ਮਿਸਟਰ ਜਲੰਧਰ ਅੱਛਾ ਜਦੋਂ ਕਹਿ ਕੇ ਗਈ ਨਾ ਚਿਕਸ ਤੇ ਹੱਥ ਰੱਖ ਕੇ ਮੈਂ ਕਿਹਾ ਚਲੋ ਇਹਨੂੰ ਪੁੱਛਦੇ ਆ ਮੈਂ ਉਹਨੂੰ ਡੇਟ ਲਈ ਪੁੱਛਿਆ ਤੇ ਉਹ ਕਹਿੰਦੀ ਬਟ ਆ ਗਿਆ ਮੈਂ ਕਿਹਾ ਆ ਕੀ ਹਿਸਾਬ ਹੈ ਕਿ ਇਹ ਤਾਂ ਕੋਈ ਗੱਲ ਹੀ ਬਣੀ ਮੈਂ ਕਿਹਾ ਕਿ ਤੇਰੀ ਨਾ ਡਿੱਕੀ ਉਹ ਤੇਰੀ ਐਕਟਿਵਾ ਕੋ ਸਟੈਂਡ ਹੈਗਾ ਤੇਰਾ ਕੋਈ ਸਟੈਂਡ ਨਹੀਂ ਹੈਗਾ ਤੇਰੀ ਸੈਲਫੀ ਸਟਿਕ ਕੋ ਸਟੈਂਡ ਹੈ ਮਗਰ ਤੇਰਾ ਕੋਈ ਸਟੈਂਡ ਨਹੀਂ ਹੈਗਾ ਦੋ ਗਲੀ ਲੜਕੀਆਂ ਤੇ ਬਾਕੀ ਆਪਣਾ ਖਾਣ ਪੀਣ ਦਾ ਵੀ ਹੁੰਦਾ ਨਾ ਜਿਵੇਂ ਹੁਣ ਮੈਨੂੰ ਡਾਕਟਰ ਨੇ ਕਿਹਾ ਕਿ ਤੂੰ ਬਾਹਰਲਾ ਖਾਣਾ ਬੰਦ ਕਰ ਦੇ ਮੈਂ ਸਮੋਸੇ ਅੰਦਰ ਆਲੂ ਖਾਣੇ ਸ਼ੁਰੂ ਕਰਤੇ ਤੇ ਪਰਹੇਜ਼ ਨਹੀਂ ਕਰ ਪਾਉਂਦੇ ਹੁਣ ਉਹਨੇ ਕੋਕ ਬੰਦ ਕੀਤੀ ਲੇਕਿਨ ਮੈਂ ਫਿਰ ਵੀ ਨਾ ਮੈਨੂੰ ਸ਼ੱਕ ਪੈਣ ਲੱਗਿਆ ਕਾਫੀ ਦੇਰ ਬਾਅਦ ਕੋਕ ਪੀਂਦਾ ਸੀ ਮੈਂ ਕਿਹਾ ਮਿੱਠਾ ਚੈੱਕ ਕਰਦੇ ਰਹੀਏ ਟਾਈਮ ਟੂ ਟਾਈਮ ਕੋਕ 'ਚ ਮਿੱਠਾ ਪੂਰਾ ਪਾ ਵੀ ਰਿਹਾ ਕਿ ਨਹੀਂ ਤੇ ਕੁਛ ਇੱਦਾਂ ਹੀ ਗਲਤੀਆਂ ਹੁੰਦੀਆਂ ਕੁਛ ਹੁੰਦੀਆਂ ਛੋਟੇ ਹੋਣ ਤੋਂ ਆਦਤ ਪਈ ਹੈ ਲੇਟ ਕੇ ਰੋਟੀ ਖਾਣੀ ਤੇ ਮੇਰੇ ਬੂਟ ਜੇਕਰ ਰੈਕ ਤੇ ਪਏ ਆ ਜੇ ਮੈਂ ਝੁਕ ਜਾਣਾ ਮੈਨੂੰ ਲੇਟਣ ਦਾ ਦਿਲ ਕਰਦਾ ਆਲਸ ਬਹੁਤ ਆਉਂਦਾ 3 ਸਾਲ ਦੀ ਵੀਕੋ ਮੈਂ 5 ਸਾਲ ਹੀ ਕੰਪਲੀਟ ਕੀਤੀ ਹੈ ਪੇਪਰ ਲਿਖਣ ਨੂੰ ਦਿਲ ਨਹੀਂ ਕਰਦਾ ਤੇ ਮੈਂ ਕਿਹਾ ਕਾਫੀ ਪ੍ਰੋਬਲਮ ਹੈ ਨਾ ਦੇਖ ਕੇ ਚੈੱਕ ਕਰਾਉਣਾ ਪਿਆ ਇੱਦਾਂ ਹੀ ਮੈਂ ਡਾਕਟਰ ਕੋਲ ਚਲਾ ਗਿਆ ਤੇ ਡਾਕਟਰ ਕਹਿੰਦਾ ਇਹ ਮੋਟਾਪੇ ਦੇ ਫਾਇਦੇ ਹੀ ਬਹੁਤ ਹੈ ਡਾਕਟਰ ਮੇਰਾ ਦੋਸਤ ਹੈ ਉਹ ਰਾਜ ਡਾਕਟਰ ਹੈਗਾ ਮੇਰਾ ਦੋਸਤ ਤੇ ਉਹ ਕਹਿੰਦਾ ਕਿ ਜਦੋਂ ਤੂੰ ਕਲੀਨਿਕ 'ਤੇ ਆਇਆ ਲੋਕਾਂ ਦਾ ਜੇਕਰ ਉਹ ਸ਼ੀਸ਼ਾ ਨਾ ਨਵਾਂ ਲਵਾਇਆ ਪਤਾ ਨਹੀਂ ਲੱਗਦਾ ਸਿੱਧਾ ਮੱਥਾ ਵੱਜਦਾ ਤੇਰਾ ਢਿੱਡ ਵੱਜਦਾ ਤੇ ਕਹਿੰਦਾ ਇਹਦੇ ਬੜੇ ਫਾਇਦੇ ਮੈਂ ਕਿਹਾ ਹੋਰ ਕਹਿੰਦਾ ਕਿ ਜਿਵੇਂ ਮੈਂ ਤੈਨੂੰ ਯਾਦ ਹੈ ਉੱਥੇ ਲੈ ਗਿਆ ਸੀਗਾ ਬਫੇ ਤੇ ਪਤਾ ਕਿਉਂ ਲੈ ਗਿਆ ਸੀ ਪਿਛਲੀ ਵਾਰ ਮੈਂ ਘੱਟ ਖਾ ਕੇ ਆਇਆ ਸੀ ਮੈਨੂੰ ਲੱਗਾ ਮੈਂ ਲੁੱਟਿਆ ਗਿਆ ਇਸ ਲਈ ਤੈਨੂੰ ਲੈ ਗਿਆ ਲੋਕੀ ਮੈਨੂੰ ਰੈਂਡਮਲੀ ਆਉਂਦੇ ਆਇਓ ਭਾਈ ਵਿਆਹ ਦੇ ਚੱਲੀਏ ਸ਼ਗਨ ਪੂਰਾ ਕਰਨਾ ਮੈਂ ਕਿਹਾ ਮੈਂ ਨਾ ਪੂਰੀ ਪਲੇਟ ਭਰ ਗਈ ਖਾ ਖੂ ਕੇ ਮੈਂ ਸੈੱਟ ਹੋ ਗਿਆ ਮੈਂ ਕਿਹਾ ਨਹੀਂ ਯਾਰ ਹੋਰ ਨਹੀਂ ਖਾਦਾ ਜਾਣਾ ਕਹਿੰਦਾ ਨਹੀਂ ਤੁਸੀਂ ਖਾਓ ਹੋਰ ਮੈਂ ਕਿਹਾ ਕਹਿੰਦਾ ਇਹਨੂੰ ਥੋੜਾ ਐਂ ਕਰੋ ਐਡਜਸਟ ਹੋ ਜੂਗਾ ਜਗ੍ਹਾ ਬਣ ਜੂਗੀ ਤੇ ਬਾਕੀ ਕੁਛ ਹੁੰਦਾ ਬਚਪਨ ਦੀ ਵੀ ਗੱਲਾਂ ਜਿਵੇਂ ਸਕੂਲ ਟਾਈਮ ਨੂੰ ਬਹੁਤ ਮਿਸ ਕਰਦੇ ਆ ਡਿਸਪਲਿਨ 'ਚ ਹੈ ਨਹੀਂ ਅੱਜ ਵੀ ਲੇਟ ਹੀ ਆਇਆ ਮੈਂ ਉੱਥੇ ਵੀ ਲੇਟ ਪਹੁੰਚਦਾ ਸੀ ਜਦੋਂ ਪ੍ਰੇਅਰ ਹੋ ਜਾਂਦੀ ਸੀ ਗਰਾਊਂਡ ਦੇ ਪਿੱਛੇ ਬੱਚਿਆਂ ਦੇ ਨਾਲ ਲਾਈਨ 'ਤੇ ਲੱਗ ਕੇ ਪ੍ਰੇਅਰ ਤੋਂ ਕਿਸੇ ਵੀ ਕਲਾਸ ਦੇ ਬੱਚੇ ਦੇ ਲੱਗ ਜਾਂਦਾ ਸੀ ਮਗਰ ਕਿ ਤਾਂ ਕਿ ਆਪਣੀ ਕਲਾਸ 'ਚ ਪਹੁੰਚ ਜਾਈਏ ਲੇਕਿਨ ਕਈ ਵਾਰ ਜ਼ਿਆਦਾ ਲੇਟ ਹੋ ਜਾਂਦੇ ਸੀ ਤੇ ਸਨਾਟਾ ਜਿਹਾ ਹੁੰਦਾ ਸੀ ਸਾਰੇ ਕਲਾਸਾਂ 'ਚ ਬਹਿ ਚੁੱਕੇ ਹੁੰਦੇ ਸੀ ਆਪਾਂ ਤਾਂ ਇਹ ਉਮੀਦ ਲੈ ਕੇ ਜਾਂਦੇ ਸੀ ਉੱਥੇ ਸਿਕਿਉਰਿਟੀ ਅੰਕਲ ਜੀ
ਸਕੂਲ ਹੈ ਛੁੱਟੀ ਹੈ ਆਵਾਜ਼ ਨਹੀਂ ਆ ਰਹੀ ਕੋਈ ਮਤਲਬ ਦਿਮਾਗ 'ਚ ਰਹਿੰਦਾ ਸੀ ਛੁੱਟੀ ਹੈ। ਤੇ ਕਈ ਲੋਕ ਦੇਖੇ ਮੈਂ ਪਹਿਲੇ ਹੀ ਪਹੁੰਚੇ ਹੁੰਦੇ ਸੀਗੇ ਸਵੇਰੇ, ਉਹ ਪਤਾ ਨਹੀਂ ਉਹਨਾਂ ਨੂੰ ਕੀ ਚੀਜ਼ ਹੈ ਕਿ ਉਹ ਪਹਿਲੇ ਪਹੁੰਚੇ ਹੁੰਦੇ ਸਵੇਰੇ ਸਵੇਰੇ ਹੀ ਉਹਨਾਂ ਨੇ ਪਹੁੰਚ ਜਾਣਾ। ਹਲੇ ਸਕੂਲ ਦਾ ਗੇਟ ਤਾਲਾ ਵੀ ਨਹੀਂ ਖੁੱਲਿਆ, ਉਹਨਾਂ ਨੇ ਇੱਦਾਂ ਗੇੜਾ ਲਾਈ ਜਾਣਾ, ਇੱਧਰ ਲਾਈ ਜਾਣਾ, ਇੱਦਾਂ ਲਾਈ ਜਾਣਾ। ਫਿਰ ਉਹ ਬਾਅਦ ਪੱਖਿਆਂ ਦੇ ਪਰ ਕਿੰਨੇ ਪਤਾ ਨਹੀਂ ਕੀ ਮਿਲਦਾ ਸੀ ਉਹਨਾਂ ਨੂੰ। ਇਹੋ ਜਿਹੀ ਵੱਡੇ ਹੋ ਕੇ ਪਿਓ ਬੰਦੇ ਗਲਤ ਵਾਲੇ ਗਲਤ ਪਿਓ ਬੰਦੇ ਆ ਕਿ ਜਿਵੇਂ ਮੁੰਡਿਆਂ ਨੂੰ ਚੱਲ ਮੈਂ ਇੰਨਾ ਡਿਸਪਲਿਨ ਹੈ, ਮੈਂ ਇਹ ਹੈ ਉਹ ਹੈ। ਅਤੇ ਇਹ ਹੋਰ ਕਹਿੰਦੇ ਅੱਜ ਕੱਲ੍ਹ ਬੱਚੇ ਆਪਾਂ ਨੂੰ ਨਹੀਂ ਹੁੰਦਾ ਸੀ, ਆਪਾਂ 10ਵੀਂ ਤੱਕ ਭਾਈ ਭੈਣ ਸਮਝਦੇ ਸੀਗੇ। ਅੱਜ ਕੱਲ੍ਹ ਦੂਜੀ ਦਾ ਮੁੰਡਾ 7ਵੀਂ ਦੀ ਕੁੜੀ ਨੂੰ ਲੈਟਰ ਲਿਖ ਰਿਹਾ, ਲਵ ਲੈਟਰ ਲਿਖੀ ਜਾਂਦਾ ਵੇ। ਸਾਡੀ ਵਾਰੀ ਨਹੀਂ ਸੀਗਾ, ਆਪਾਂ ਬੂਟ ਇੱਦਾਂ ਪੋਲਿਸ਼ ਕਰਦੇ ਰਹੇ ਹਾਂ, ਪੋਲਿਸ਼ ਕਰਨ ਦਾ ਟਾਈਮ ਨਹੀਂ ਹੁੰਦਾ ਸੀਗਾ। ਅਤੇ ਬਾਕੀ ਇੱਦਾਂ ਹੀ ਮੇਰਾ ਫੋਨ ਕਹਿੰਦੇ ਫ਼ੋਨ ਖਰਾਬ ਹੋ ਗਿਆ ਅਤੇ ਮੈਂ ਚੈੱਕ ਕਰਾਉਣ ਗਿਆ। ਲੋਕ ਹੋਰ ਸਮਾਰਟ ਬੰਦੇ ਲੁਧਿਆਣੇ ਦੇ, ਅਤੇ ਫ਼ੋਨ ਖਰਾਬ ਹੋ ਗਿਆ। ਉਹਨੇ ਟੈਕਨੋਲੋਜੀ ਹੁਣ ਵੀ ਮੈਂ ਜਲੰਧਰ ਤੋਂ ਆਇਆ, ਮੈਂ ਵੋਚ ਪਾਈ ਜਿਹੜੀ ਫਾਸਟ ਟਰੈਕ ਦੀ, ਮੈਂ ਆਇਆ ਬਾਈਕ 'ਤੇ, ਉਹ ਮੇਰੇ ਸਟੈਪਸ ਕਾਊਂਟ ਕਰ ਰਿਹਾ। ਮੈਂ ਕਿਹਾ ਆ ਕੀ ਫਾਇਦਾ ਦੇਸੀ ਟੈਕਨੋਲੋਜੀ ਦਾ ਲੈਣ ਦਾ ਫਾਇਦਾ ਨਹੀਂ ਹੁੰਦਾ। ਮੇਰਾ ਫ਼ੋਨ ਨਾ ਹੀਟ ਕਰ ਰਿਹਾ ਸੀਗਾ, ਮੈਂ ਇਹਨੂੰ ਚੈੱਕ ਕਰਾਉਣ ਗਿਆ, ਉਹ ਕਹਿੰਦਾ ਉਹ ਭਾਈ ਇਹਨੂੰ ਤਾਂ ਟੈਂਪਰੇਚਰ ਹੈ। ਮੈਂ ਕਿਹਾ ਡਾਕਟਰ ਨਾ ਬਣ, ਦੱਸ ਇਹਦਾ ਕਰਨਾ ਕੀ ਹੈ ਹੁਣ। ਕਹਿੰਦਾ ਇਹ ਤਾਂ ਖੁਸ਼ਖਬਰੀ ਹੈ, ਤੁਹਾਡੀ ਬੈਟਰੀ ਨਾ ਜਿਹੜੀ ਇਹਦੀ ਇਹ ਬੈਟਰੀ ਪ੍ਰੈਗਨੈਂਟ ਹੋ ਗਈ। ਮੈਂ ਕੀ ਕਹੀ ਇਹਨੇ, ਕਹਿੰਦਾ ਆਹ ਦੇਖੋ ਫੁੱਲ ਗਈ। ਉਹ ਮੈਂ ਕਿਹਾ ਇਹ ਨਾ ਗਿਰ ਗਿਆ ਸੀਗਾ, ਇਹ ਸਵੈਲਿੰਗ ਹੋ ਰੱਖੀ ਹੈ ਉਹਦੀ। ਥੈਂਕ ਯੂ, ਦੈਟਸ ਮਾਈ ਟਾਈਮ। ਓਹੋ ਇਹ ਬਹੁਤ ਬੈਸਟ ਸੀਗਾ। ਮਤਲਬ ਦੁਨੀਆ ਦਾ ਅਗਰ ਸਭ ਤੋਂ ਸੋਹਣਾ ਕਹਿਣਾ ਨਾ ਤੇ ਆਪਣੇ ਆਪ ਨੂੰ ਕਹਿਣਾ। ਡੈਫੀਨਿਟਲੀ ਅਸੀਂ ਆਪਣੇ ਆਪ ਨੂੰ ਬੁਰਾ ਕਿਉਂ ਕਹੀਏ, ਵਾਏ ਪਰ ਅੱਛਾ ਲੱਗਿਆ, ਬੜਾ ਮਜ਼ਾ ਆਇਆ। ਗੋਲੂ ਮੋਲੂ ਹੀ ਹੈ ਬਸੀ ਸਾਹਿਬ, ਬੜਾ ਵਧੀਆ ਸੀਗਾ। ਐਂਡ ਸੋ ਸਾਡੇ ਹੁਣ ਨੈਕਸਟ ਕੰਟੈਸਟੈਂਟ ਨੇ, ਕੀ ਨਾਮ ਉਹਨਾਂ ਦਾ ਜੀ? ਸੋਨਮ यादव। ਸੋਨਮ यादव। ਹੁਣ ਦੇਖਦੇ ਨੇ ਕਿ ਉਹ ਸਾਨੂੰ ਕਿਵੇਂ एंटरटेन ਕਰਦੇ ਨੇ। हाँ जी। नमस्कार, मेरा नाम सोनम यादव है। मेरी आज की कविता है, वो शख्स अब दूर जाने की जिद लगाए बैठा था। जायज़ है कि मोहब्बत हुई है तो ब्रेकअप भी होगा। तो मेरी कविता की शुरुआत कुछ इस तरह है। न रहते हुए भी वो मेरे साथ कुछ यूँ रह रहा था, ना रहते हुए भी वो मेरे साथ कुछ यूँ रह रहा था। मानो कोई ज़बरदस्ती कर रहा था, मानो कोई ज़बरदस्ती कर रहा था। यूँ तो कर सकती थी मैं भी बातें इधर उधर की, यूँ तो कर सकती थी मैं भी बातें इधर उधर की, पर मेरा दिल नहीं मान रहा था। ये कुछ उस दफ़ा की लाइनें हैं जब उसकी ज़िंदगी में कोई और दस्तखत दे जाता है। तो कुछ इस तरह हैं, पर मेरा दिल नहीं मान रहा था। पूछना चाहा था मैंने ये क्या चल रहा है, पूछना चाहा था मैंने ये क्या चल रहा है। कहीं ना कहीं बताना वो भी चाह रहा था, पर मिले हुए शख्स की खुशी छुपाए ना छुप रही थी, पर मिले हुए शख्स की खुशी छुपाए ना छुप रही थी। लगा पता तब जब पूछा उसने पसंद लड़कियों की। इस बात पर मानो आंसू मेरे भी ना रुक रहे थे, इस बात पर मानो आंसू मेरे भी ना रुक रहे थे। बहुत गिले शिकवे हैं हम दोनों के दरमियाँ, बहुत गिले शिकवे हैं हम दोनों के दरमियाँ, पर मेरी हर गलतियों को बहुत बड़ा बनाया है उसने, मेरी हर गलतियों को बहुत बड़ा बनाया है उसने। अब वो मेरी हर गलतियों पर वकालत करने लगा है, हर रोज़ वो मेरी गलतियों पर वकालत करने लगा है। मानो वो मुझे एक कैदी समझने लगा है, मानो वो मुझे एक कैदी समझने लगा है। इन सब से दूर होकर मैंने फिर भी बहुत कोशिश की कुछ करीबियाँ, कुछ नज़दीकियाँ बढ़ाने की। तो उस पे था, मानो वो मुझे एक कैदी समझने लगा है, मैंने फिर भी बहुत कोशिश की कुछ नज़दीकियाँ बढ़ाने की, मैंने फिर भी बहुत कोशिश की कुछ नज़दीकियाँ बढ़ाने की, पर वो शख्स अब दूर जाने की ज़िद लगाए बैठा है। कैसे रोकूं उसे न जाने से, कैसे रोकूं उसे न जाने से, बस बीते दिनों पर ही मेरा अब जोर चल रहा है। मैं चीख नहीं सकती उस पर पहले की तरह, मैं चीख नहीं सकती उस पर पहले की तरह। गवाही शायद
वो भी भर नहीं रहा है। किसी और का उसकी ज़िंदगी में आना, किसी और का उसकी ज़िंदगी में आना मानो मेरी ज़िंदगी के दिन कम कर रहा है, मानो मेरी ज़िंदगी के दिन कम कर रहा है। यूँ तो मेरी कलम मेरा दर्द कम करती है, यूँ तो मेरी कलम मेरा दर्द कम करती है, पर आज ये भी घाव पर नमक का काम कर रही है, पर आज ये भी घाव पर नमक का काम कर रही है। अब आया वो वक्त जिसका उसे इंतज़ार था, अब आया वो वक्त जिसका उसे इंतज़ार था। वो जाते जाते मुझे कुछ यूँ देख रहा था, वो जाते जाते मुझे यूँ देख रहा था, मानो वो मुझसे कुछ कह रहा था, मानो वो मुझसे कुछ कह रहा था। रोकना चाहती थी मैं भी उसे, रोकना चाहती थी मैं भी उसे, पर वो शख्स अब दूर जाने की ज़िद लगाए बैठा था, वो शख्स अब दूर जाने की ज़िद लगाए बैठा था। मैं आप लोगों के सामने एक साधारण परिवार से एक ऐसी लड़की की व्यथा और मजबूरियों को पेश करने जा रही हूँ जो इस कविता के ज़रिए आप लोगों तक पहुँचेगी। तो मेरी कविता का शीर्षक है मेरे पंख। खोल दो पंख मेरे कहता है परिंदा, खोल दो पंख मेरे कहता है परिंदा। ज़मीं नहीं है मंजिल मेरी, ज़मीं नहीं है मंजिल मेरी, अभी तो पूरा आसमां बाकी है, अभी तो पूरा आसमां बाकी है। हाँ रहा होगा ख़ास मेरा बचपन तो क्या, हाँ रहा होगा ख़ास मेरा बचपन तो क्या। जवानी की हर मुराद अभी बाकी है, जवानी की हर मुराद अभी बाकी है समझा जब से ज़माने को मैंने, है समझा जब से ज़माने को मैंने, तब से है समझा यही कि समझने की समझ अभी मुझ में बाकी है, कि समझने की समझ अभी मुझ में बाकी है। वक्त बेवक्त है यही सुना, वक्त बेवक्त है यही सुना, तू लड़की है तू लड़की है, क्या यही चेतावनी बाकी है। एक जरा सी बात पर, एक जरा सी बात पर दे डालते हैं दुआही इज़्ज़त की, एक जरा सी बात पर दे डालते हैं दुआही इज़्ज़त की। तो क्या बेरुख्त में अभी जान बाकी है, बेरुख्त में अभी जान बाकी है। छा जाने दो मुझे पर्वतों पर उन बादलों की तरह, छा जाने दो मुझे पर्वतों पर उन बादलों की तरह। अभी तो गिरी हैं कुछ बूंदें ही बस, अभी तो पूरी बरसात बाकी है। खोल दो पंख मेरे कहता है परिंदा, ज़मीं नहीं है मंजिल मेरी, ज़मीं नहीं है मंजिल मेरी, अभी तो पूरा आसमां बाकी है। धन्यवाद। ਗੁੱਡ ਯਾਰ, ਗੁੱਡ, ਵੈਰੀ ਗੁੱਡ, ਨਾਈਸ ਨਾਈਸ। ਪਰ ਕਈਆਂ ਦੀ ਲਿਖਤ ਕਿੰਨੀ ਵਧੀਆ ਹੁੰਦੀ ਆ ਨਾ। ਸਹੀ ਗੱਲ ਆ। ਵੈਸੇ ਉਹ ਜੋ ਵੀ ਕਹਿ ਕੇ ਗਈਆਂ ਨਾ, ਉਹ ਗੱਲਾਂ ਉਹਦੀਆਂ ਜਿਹੜੀਆਂ ਨਾ ਉਹ ਦਿਲ ਨੂੰ ਛੂ ਗਈਆਂ। ਹਰ ਮਤਲਬ ਸਮਝਣ ਵਾਲੀ ਗੱਲਾਂ ਐਂਡ ਕਿੰਨਾ ਡੀਪ ਥਾਟ ਸੀਗਾ ਇਹਨਾਂ ਦਾ। ਬਿਲਕੁਲ ਸਹੀ, ਬਿਲਕੁਲ। ਸੋ ਗਾਇਜ਼ ਇਹ ਸੀਗਾ ਸਾਡਾ ਅੱਜ ਦਾ ਸਟੈਂਡ ਅਪ ਕਾਮੇਡੀ ਸ਼ੋਅ। ਤੁਸੀਂ ਦੇਖਿਆ, ਸਾਰਿਆਂ ਨੇ ਇੰਜੋਏ ਕੀਤਾ। ਹੋਪ ਤੁਹਾਨੂੰ ਸਾਰਿਆਂ ਨੂੰ ਬਹੁਤ ਮਜ਼ਾ ਆਇਆ ਹੋਣਾ, ਕਿਉਂਕਿ ਸਾਨੂੰ ਬਹੁਤ ਜ਼ਿਆਦਾ ਮਜ਼ਾ ਆਇਆ। ਜਿੱਦਾਂ ਬਿਲਕੁਲ। ਉਹਨਾਂ ਨੇ ਕਾਮੇਡੀ ਕੀਤੀ ਨਾ, ਅਸੀਂ ਹੱਸ-ਹੱਸ ਕੇ ਅੱਧਾ ਖੂਨ ਵਧਾ ਲਿਆ ਅੱਜ ਆਪਣਾ। ਸੋ ਇਹੋ ਜਿਹੇ ਡੈਫੀਨੇਟਲੀ ਇਦਾਂ ਦੇ ਪ੍ਰੋਗਰਾਮ, ਇਦਾਂ ਦੇ ਸ਼ੋਅ ਅਸੀਂ ਲੈ ਕੇ ਆਉਂਦੇ ਰਵਾਂਗੇ। ਬਾਕੀ ਤੁਸੀਂ ਆਪਣੇ ਜਿਹੜੇ ਕਮੈਂਟ ਆ ਉਹ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਣੇ ਕਿ ਸਾਰੇ ਵਿੱਚ ਤੁਹਾਨੂੰ ਵਧੀਆ ਕਿਹੜਾ ਲੱਗਾ। ਨਾਮ, ਆਪਣੇ ਫੇਵਰਟ ਕੰਟੈਸਟੈਂਟ ਦਾ ਨਾਮ ਜਿਹੜਾ ਕਮੈਂਟ ਬਾਕਸ 'ਚ ਜ਼ਰੂਰ ਲਿਖਿਓ ਤੇ ਉਹਨਾਂ ਨੂੰ ਅਸੀਂ ਟੈਗ ਜ਼ਰੂਰ ਕਰਾਂਗੇ। ਡੈਫੀਨੇਟਲੀ ਤੁਸੀਂ ਸਾਰਿਆਂ ਨੇ ਇਸ ਸ਼ੋਅ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹੇ ਸ਼ੋਅਜ਼ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕਰਨ ਦੇ ਲਈ ਅਸੀਂ ਇਹੋ ਜਿਹੇ ਸ਼ੋਅਜ਼ ਹੋਰ ਲੈ ਕੇ ਆਉਂਦੇ ਰਵਾਂਗੇ। ਹਾਂਜੀ ਬੋਲੋ ਜੀ। ਤੇ ਤੁਸੀਂ ਨਾਲ ਜੁੜੇ ਰਹੋ। ਅਗਰ ਤੁਸੀਂ ਇਦਾਂ ਦੇ ਸ਼ੋਅ ਦੇਖਣੇ ਆ ਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ, The TV NRI। The TV NRI presents stand-up comedy show. The show is sponsored by NRI Marriage Bureau, Lakme Beauty Academy, Model Town, Jalandhar, Happiness Partner, Radio Mirchi,